ਹਾਜ਼ਰ ਹੈ ਜੱਜ ਦਾ ਵਿਚਾਰ। सत श्री अकाल जी, तुसीं प्राइम मीडिया टैलीविजन देख रहे हो। दोस्तों मैं हाँ स्वर्ण सिंह टैणा ते हर रोज़ की तरह ही जज दा विचार प्रोग्राम लैके हाज़र हाँ। हर रोज़ की तरह ही हरबंस सिंह जी नाल ने ते मौसम इस वेले पंजाब दा बड़ा गर्म आ, उहदी भी हाल बयानी करांगे ते पंजाब दे विच होर की कुछ हो वापर रिहा ਇਹਦੇ ਬਾਬਤ ਵੀ ਚੱਲਣ ਪਾਵਾਂਗੇ। ਪਰ ਪਹਿਲਾਂ ਕਰਦੇ ਹਰਬੰਸ ਜੀ ਦਾ ਸਵਾਗਤ। ਸਤਿ ਸ਼੍ਰੀ ਅਕਾਲ ਟਣਾ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ, ਚੜ੍ਹਦੀ ਕਲਾ। ਵਾਕਈ ਪੰਜਾਬ ਦਾ ਮੌਸਮ ਬਹੁਤ ਜ਼ਿਆਦਾ ਬਦਲ ਗਿਆ। ਹਰ ਰੋਜ਼ ਜਿਵੇਂ ਹੀ ਸਵੇਰ ਚੜ੍ਹਦੀ ਹੈ ਤੇ ਪਾਰਾ ਥੋੜਾ ਜਿਹਾ ਵਧਿਆ ਹੋਇਆ ਜਾਪਦਾ ਹੈ। ਹੁਣ ਤਾਂ ਕਹਿੰਦੇ ਆ ਕਿ ਹੋ ਸਕਦਾ ਆਉਂਦੇ ਕੁਝ ਕੁ ਦਿਨਾਂ ਤੱਕ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਬਰਸਾਤ ਵੀ ਹੋ ਸਕਦੀ। ਬਿਲਕੁਲ ਜੀ, ਤੇ ਜਿਹੜੀ ਮੈਂ ਰਿਪੋਰਟ ਪੜ੍ਹ ਕੇ ਆਇਆ, ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਲਗਭਗ 26.5 ਡਿਗਰੀ ਤਾਪਮਾਨ ਹੋ ਗਿਆ। ਪੰਜਾਬ ਦੇ ਵਿੱਚ 4-5 ਡਿਗਰੀ ਟੈਂਪਰੇਚਰ ਤਾਪਮਾਨ ਆ ਜਿਹੜਾ ਉਹ ਪਿਛਲੇ 3-4 ਦਿਨਾਂ ਦੇ ਵਿੱਚ ਵਧਿਆ ਜੀ। ਤੇ ਪੂਰੇ ਪੰਜਾਬ ਦੇ ਵਿੱਚ ਤਿੱਖੜ ਦੁਪਹਿਰਾਂ ਨਿਕਲਣ ਲੱਗੀਆਂ ਹੁਣੇ ਤੋਂ। ਤੇ ਜਿਸ ਤਰੀਕੇ ਦੇ ਨਾਲ ਇੱਕਦਮ ਗਰਮੀ ਵਧ ਗਈ ਆ ਜਾਂ ਇੱਕਦਮ ਧੁੱਪ ਚਮਕਣੀ ਸ਼ੁਰੂ ਹੋਈ ਹੈ, ਲੱਗਦਾ ਇਹ ਹੈ ਵੀ ਐਤਕੀ ਪਿਛਲੇ ਵਰਿਆਂ ਦੇ ਮੁਕਾਬਲਤਨ ਵੱਧ ਗਰਮੀ ਪਊਗੀ। ਬਿਲਕੁਲ ਸਹੀ ਗੱਲ ਹੈ। ਬਾਕੀ ਹੌਲੀ ਹੌਲੀ ਵੇਖਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਮੌਸਮ ਹੋਰ ਕੀ ਕਰਵਟ ਲੈਂਦਾ ਹੈ। ਸੋ ਜੀ ਹਾਂ, ਜੇ ਤਾਂ ਮੈਂ ਕਹਿਣ ਲੱਗਾ ਸੀ ਵੀ 19-20 ਤਰੀਕ ਦੇ ਨੇੜੇ ਤੇੜੇ ਮੀਂਹ ਪੈ ਗਿਆ ਤਾਂ ਫਿਰ ਤਾਂ ਹੋ ਸਕਦਾ ਵੀ ਤਾਪਮਾਨ ਥੋੜ੍ਹਾ ਜਿਹਾ ਠੀਕ ਰਵੇ। ਪਰ ਜੇਕਰ ਇਵੇਂ ਹੀ ਧੁੱਪ ਨਿਕਲਦੀ ਰਹੀ ਤਾਂ ਮੇਰਾ ਖਿਆਲ ਆ ਵੀ ਇਹ ਜਿਹੜਾ 26 ਆ ਇਹਨੂੰ 34-35 ਡਿਗਰੀ ਹੁੰਦਾ ਟਾਈਮ ਨਹੀਂ ਲੱਗਣਾ। ਬਿਲਕੁਲ ਸਹੀ ਹੈ। ਹੋ ਸਕਦਾ ਚੜ੍ਹਦੀ ਮਾਰਚ ਨੂੰ ਬਹੁਤ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋ ਜਾਵੇ। ਸੋ ਖੈਰ ਹੁਣ ਆਪਾਂ ਚੱਜ ਦੇ ਵਿਚਾਰ ਦੀ ਪੇਸ਼ਕਾਰੀ। ਦੇਖੋ ਵੀ ਚੱਜ ਦਾ ਵਿਚਾਰ ਇਹ ਆ ਵੀ ਲੋਕ ਆ ਨਾ ਜਿਹੜੇ ਉਹ ਗਰੀਬ ਤੇ ਅਮੀਰ ਵਿਚਲਾ ਪਾੜਾ ਜਿਹੜਾ ਉਹ ਬਣਾ ਕੇ ਰੱਖਦੇ ਆ। ਉਹ ਚੱਜ ਦੇ ਵਿਚਾਰ ਦੇ ਕੁਝ ਕੁ ਰੂਪ ਆ। 4 ਸਤਰਾਂ ਦਾ ਚੱਜ ਦਾ ਵਿਚਾਰ ਆ ਉਹ ਇਹ ਆ ਕਿ ਅਮੀਰ ਦਾ ਕਾਂ ਵੀ ਲੋਕਾਂ ਨੂੰ ਮੋਰ ਲੱਗਦਾ। ਅਮੀਰ ਦਾ ਕਾਂ ਵੀ ਲੋਕਾਂ ਨੂੰ ਮੋਰ ਲੱਗਦਾ ਤੇ ਗਰੀਬ ਦਾ ਭੁੱਖਾ ਨਿਆਣਾ ਵੀ ਦੂਜਿਆਂ ਨੂੰ ਚੋਰ ਲੱਗਦਾ। ਵਾਕਈ ਕਮਾਲ ਕਰ ਦਿੱਤੇ। ਇਹ ਵਾਕਈ ਸੱਚ ਹੈ। ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਹ ਗੱਲਾਂ ਸੱਚ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ। ਜਦੋਂ ਰੱਜਿਆਂ ਹੋਇਆਂ ਨੂੰ ਅਸੀਂ ਰਜਾਉਂਦੇ ਹਾਂ ਤੇ ਭੁੱਖਿਆਂ ਨੂੰ ਅਸੀਂ ਦੁਰਕਾਰਦੇ ਹਾਂ। ਅਸੀਂ ਉਹਨਾਂ ਨੂੰ ਘਰੋਂ ਨਿਕਲਣ ਲਈ ਕਹਿੰਦੇ ਹਾਂ, ਅਸੀਂ ਉਹਨਾਂ ਨੂੰ ਦੂਰ ਦੂਰ ਕਰਦੇ ਹਾਂ ਆਪਣੇ ਕੋਲੋਂ, ਅਸੀਂ ਉਹਨਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ। ਅਸੀਂ ਬਹੁਤ ਸਾਰੀਆਂ ਥਾਵਾਂ ਤੇ ਵੇਖਦੇ ਹਾਂ ਕਿ ਲੰਗਰ ਦੀ ਜੇ ਮੈਂ ਗੱਲ ਕਰਾਂ, ਗੁਰੂ ਸਾਹਿਬਾਨ ਨੇ ਸਾਨੂੰ ਇਸ ਰਸਤੇ ਦੇ ਉੱਪਰ ਤੋਰਿਆ ਸੀ ਕਿ ਅਸੀਂ ਇਹ ਜਿਹੜਾ ਵਿਤਕਰਾ ਹੈ ਇਹਨੂੰ ਮਿਟਾਈਏ, ਜਾਤ ਪਾਤ ਵਾਲਾ ਊਚ ਨੀਚ ਵਾਲਾ ਵਿਤਕਰਾ ਇਹਨੂੰ ਮਿਟਾਈਏ। ਪਰ ਬਹੁਤੀਆਂ ਥਾਵਾਂ ਤੇ ਅਸੀਂ ਫਿਰ ਉਸੇ ਹੀ ਜਿਹੜੇ ਜੰਜਾਲ ਦੇ ਵਿੱਚ ਫਸੇ ਹੋਏ ਹਾਂ। ਅਸੀਂ ਗਰੀਬ ਨੂੰ ਨੇੜੇ ਵੀ ਨਹੀਂ ਬਹਿਣ ਦਿੰਦੇ, ਅਸੀਂ ਉਹਨਾਂ ਨੂੰ ਨੇੜੇ ਵੀ ਨਹੀਂ ਆਉਣ ਦਿੰਦੇ ਤੇ ਰੱਜਿਆਂ ਹੋਇਆਂ ਨੂੰ ਹੀ ਰਜਾਈ ਜਾਂਦੇ ਹਾਂ। ਬਿਲਕੁਲ ਸਹੀ ਗੱਲ ਆ ਜੀ। ਤੇ ਹੁਣ ਮੇਰੇ ਵਾਲੇ ਚਾਹੀਦਾ ਵਿਚਾਰ ਦੀ ਸਾਂਝ ਪਾਈਏ। ਟਾਣਾ ਸਾਹਿਬ ਕਹਿੰਦੇ ਅਕਸਰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਤੂਫਾਨ ਆਉਂਦੇ ਨੇ। ਤੂਫਾਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਨਾ ਕਰੋ। ਜਿਹੜੇ ਵੀ ਜ਼ਿੰਦਗੀ ਵਿੱਚ ਤੂਫਾਨ ਆਉਂਦੇ ਆ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਨਾ ਕਰੋ, ਬਲਕਿ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਤੂਫਾਨ ਤਾਂ ਗੁਜ਼ਰ ਹੀ ਜਾਏਗਾ। ਹਾਂ, ਬਿਲਕੁਲ ਠੀਕ ਆ ਜੀ। ਬਹੁਤ ਵਾਰ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਆਪ ਇਸ ਲਈ ਉਲਝ ਜਾਂਦੇ ਹਾਂ ਕਿਉਂਕਿ ਅਸੀਂ ਉਹਨਾਂ ਨਾਲ ਖੈਬੜਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਉਹਨਾਂ ਦੇ ਮੂਹਰੇ ਖੜ ਜਾਂਦੇ ਹਾਂ ਜੀ। ਹਰ ਥਾਂ ਦੇ ਉੱਪਰ ਮੂਹਰੇ ਡਟ ਕੇ ਖੜਨਾ ਵੀ ਵਾਜਬ ਨਹੀਂ ਹੁੰਦਾ। ਕਈ ਵਾਰ ਕਹਿੰਦੇ ਹੁੰਦੇ ਨਾ ਵੀ ਸਮਾਂ ਜਿਹੜੀ ਚਾਲ ਦੇ ਨਾਲ ਚੱਲ ਰਿਹਾ ਉਹਦੇ ਨਾਲ ਤੁਸੀਂ ਵੀ ਚੱਲਦੇ ਰਹੋ। ਆਪਣੇ ਆਪ ਜਿਵੇਂ ਜਿਵੇਂ ਸਮਾਂ ਬਦਲੇਗਾ ਤਿਵੇਂ ਤਿਵੇਂ ਜਿਹੜੇ ਹਾਲਾਤ ਨੇ ਉਹ ਸੁਧਰਦੇ ਜਾਣਗੇ, ਹੈ ਨਾ। ਸੋ ਇਸ ਲਈ ਹਰ ਵਾਰ ਵੀ ਅੜਨਾ ਠੀਕ ਨਹੀਂ। ਤੁਸੀਂ ਤੂਫਾਨ ਨੂੰ ਸ਼ਾਂਤ ਨਾ ਕਰੋ, ਆਪਣੇ ਆਪ ਨੂੰ ਸ਼ਾਂਤ ਕਰੋ, ਆਪਣੇ ਅੰਦਰ ਸਹਿਜਤਾ ਲੈ ਕੇ ਆਓ, ਤੂਫਾਨ ਆਪਣੇ ਆਪ ਗੁਜ਼ਰ ਜਾਏ। ਜਿਹੜਾ ਬੰਦੇ ਦੇ ਅੰਦਰ ਜਵਾਰ ਭਾਟਾ ਆਉਂਦਾ ਨਾ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਦੇਖੋ ਤੁਸੀਂ ਸਭ ਕੁਝ ਠੀਕ ਆ ਜਿਹੜਾ ਉਹ ਇੱਕਦਮ ਨਹੀਂ ਕਰ ਸਕਦੇ। ਤੁਸੀਂ ਕਹਿੰਦੇ ਵੀ ਆ ਵੀ ਮੇਰੇ ਮੁਤਾਬਕ ਚੱਲੇ, ਆ ਵੀ ਮੇਰੇ ਮੁਤਾਬਕ ਹੋ ਜੇ, ਉਹ ਕੰਮ ਇਉਂ ਨਾ ਹੋਵੇ, ਆਹ ਕੰਮ ਇਉਂ ਹੋ ਜੇ। ਪਰ ਹਰ ਕੰਮ ਤੁਹਾਡੀ ਇੱਛਾ ਮੁਤਾਬਕ ਹੋਵੇ ਇਹ ਜ਼ਰੂਰੀ ਨਹੀਂ। ਜ਼ਿੰਦਗੀ ਦੇ ਵਿੱਚ 50% ਦੀ ਇੱਛਾਵਾਂ ਮਸਾਂ ਪੂਰੀਆਂ ਹੁੰਦੀਆਂ ਬੰਦੇ ਦੀਆਂ, ਕਈਆਂ ਦੀਆਂ ਤਾਂ ਉਹ ਵੀ ਨਹੀਂ ਹੁੰਦੀਆਂ। ਪਰ ਜਿਨ੍ਹਾਂ ਦੀਆਂ ਵੱਧ ਪੂਰੀਆਂ ਹੋ ਜਾਂਦੀਆਂ ਸਮਝਦੇ ਵੀ ਚੰਗੀ ਕਿਸਮਤ ਵਾਲੇ ਆ। ਪਰ ਇਹ ਆ ਵੀ ਆਪ ਥੋੜਾ ਜਿਹਾ ਸਥਿਰ ਰਹੋ, ਆਪ ਥੋੜਾ ਜਿਹਾ ਮਜ਼ਬੂਤ ਰਹੋ, ਆਪ ਥੋੜਾ ਜਿਹਾ ਸਮਝਦਾਰ ਰਹੋ, ਆਪ ਠਰਮੇ ਤੋਂ ਸਹਿਜਤਾ ਤੋਂ ਕੰਮ ਲਓ। ਬਿਲਕੁਲ ਸਹੀ ਹੈ। ਨਾਲੇ ਵੈਸੇ ਵੀ ਮਾਹੌਲ ਦੇ ਹਿਸਾਬ ਦੇ ਨਾਲ ਕੁਝ ਵੀ ਕਰਨਾ ਚਾਹੀਦਾ। ਹੁਣ ਜੇ ਮੌਜੂਦਾ ਪੰਜਾਬ ਦੀ ਸਥਿਤੀ ਦੀ ਆਪਾਂ ਗੱਲ ਕਰ ਲਈਏ, ਇਸ ਵੇਲੇ ਹਰ ਇੱਕ ਦੇ ਅੰਦਰ ਇੱਕ ਜਵਾਰ ਭਾਟਾ ਜ਼ਰੂਰ ਫੁੱਟਿਆ ਹੋਇਆ ਹੈ, ਸਿਸਟਮ ਨੂੰ ਲੈ ਕੇ, ਸਮਾਜ ਨੂੰ ਲੈ ਕੇ, ਜੋ ਕੁਝ ਵਾਪਰ ਰਿਹਾ ਹੈ ਉਹਨੂੰ ਲੈ ਕੇ, ਹੈ ਨਾ। ਸੋ ਇਸ ਜਵਾਰ ਭਾਟੇ ਦੇ ਜਿਹੜੇ ਜਵਾਬ ਨੇ ਉਹ ਸਾਡੇ ਅੰਦਰ ਹੀ ਲੁਕੇ ਹੋਏ ਨੇ ਕਿਉਂਕਿ ਵੋਟਾਂ ਸਿਰ ਦੇ ਉੱਪਰ ਨੇ ਤੇ ਅਸੀਂ ਇਹ ਜਵਾਬ ਵੋਟਾਂ ਪਾ ਕੇ ਦੇਣੇ ਨੇ ਤੇ ਮੁੜ ਕੇ ਜਿਹੜੇ ਨਤੀਜੇ ਆਉਣਗੇ ਉਹ ਸਾਡਾ ਭਵਿੱਖ ਤੈਅ ਕਰਨਗੇ। ਬਿਲਕੁਲ ਸਹੀ ਗੱਲ ਆ। ਪਰ ਹਾਲੇ ਵੀ ਕੁਝ ਘੰਟੇ ਬਾਕੀ ਆ ਜੀ। ਕੁਝ ਕੁ ਘੰਟਿਆਂ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਣਾ। ਫਿਰ 24 ਘੰਟੇ ਪਹਿਲਾਂ ਕਈ ਤਰ੍ਹਾਂ ਦੇ ਦਾਅ ਖੇਡੇ ਜਾਂਦੇ ਆ। ਕਈ ਲੋਕ ਕਈ ਤਰੀਕੇ ਦੇ ਹਰਬੇ ਵਰਤਦੇ ਆ, ਢੰਗ ਤਰੀਕੇ ਵਰਤਦੇ ਆ। ਉਹਦੇ ਵਿੱਚ ਕੌਣ ਬਾਜ਼ੀ ਮਾਰਦਾ ਕੌਣ ਨਹੀਂ ਇਹ ਸਮਾਂ ਦੱਸੂਗਾ। ਪਰ ਤੁਸੀਂ ਉਸ ਬਾਜ਼ੀ ਦੇ ਵਿੱਚ ਫਸ ਨਾ ਜਾਇਓ, ਪਰ ਤੁਸੀਂ ਉਸ ਚੱਕਰਵਿਊਹ ਦੇ ਵਿੱਚ ਫਸ ਨਾ ਜਾਇਓ। ਜੇ ਹੁਣ ਤੱਕ ਨਿਕਲੇ ਰਹੇ ਹੋ, ਜੇਕਰ ਤੁਹਾਡੀ ਸੋਚ ਸਥਿਰ ਰਹੀ ਹੈ ਤਾਂ ਜਿਹੜਾ 24 ਘੰਟੇ ਦੇ ਵਿੱਚ ਕੁਛ ਨਾ ਕੁਛ ਹੁੰਦਾ ਵਾਪਰਦਾ, ਇਹਦੇ ਤੋਂ ਵੀ ਆਪਣਾ ਬਚਾਅ ਰੱਖਿਓ
ਕਿਉਂਕਿ ਮੈਨੂੰ ਪਤਾ ਲੱਗਾ ਜੀ ਕਈ ਥਾਵਾਂ ਤੇ 5-5 7-7 ਹਜ਼ਾਰ ਰੁਪਏ ਦੀ ਕਹਿੰਦੇ ਵੋਟ ਖਰੀਦਣ ਦਾ ਕੰਮ ਚੱਲ ਪਿਆ। ਅੱਛਾ। ਕਈ ਥਾਵਾਂ ਤੇ 4-4 ਹਜ਼ਾਰ ਰੁਪਈਆ ਵੀ ਦਿੱਤਾ ਜਾ ਰਿਹਾ ਗਰੀਬਾਂ ਨੂੰ ਜਾ ਕੇ। ਮਾੜਾ ਜਿਹਾ ਗੁਰੇਜ਼ ਕਰਿਓ, ਸੋਚੋ, ਵਿਚਾਰਿਓ, ਇਹ ਪੈਸੇ ਆਉਂਦੇ ਜਾਂਦੇ ਰਹਿੰਦੇ ਆ। ਨਿੱਕੇ ਹੁੰਦੇ ਤੋਂ ਲੈ ਕੇ ਨਾਲ ਹੁਣ ਤੱਕ ਪੜ੍ਹਦੇ ਆ ਵੀ ਪੈਸਾ ਹੱਥਾਂ ਨਹੀਂ ਮੈਲ ਆ, ਇਹ ਕਿਹੜਾ ਨਾਲ ਜਾਂਦਾ, ਕਫਨ ਦੇ ਜੇਬ ਨਹੀਂ ਹੁੰਦੀ, ਮਿੰਟ ਦਾ ਭਰੋਸਾ ਨਹੀਂ। ਜੇਕਰ ਇਹ ਗੱਲਾਂ ਸੱਚੀਆਂ ਜਿਹੜੀਆਂ ਸਾਨੂੰ ਸਿਖਾਉਂਦੇ ਤੇ ਸਮਝਾਉਂਦੇ ਰਹੇ ਹੋ ਤਾਂ ਫਿਰ ਨੋਟ ਫੜਨ ਵੇਲੇ ਸੋਚੋ ਵੀ ਇਹ ਹੱਥਾਂ ਨਹੀਂ ਮੈਲ ਹੀ ਆ ਜੀ। ਬਿਲਕੁਲ। ਫਿਰ ਸੋਚੋ ਵੀ ਇਹਨੇ ਕਿਹੜਾ ਨਾਲ ਜਾਣਾ, ਫਿਰ ਸੋਚੋ ਵੀ ਇਹ ਕਿਹੜਾ ਹਮੇਸ਼ਾ ਰਹਿਣਾ ਜੀ, ਇਹ ਵੀ ਸੋਚੋ। ਜੱਜ ਦਾ ਵਿਚਾਰ। ਹਰਮਨ ਜੀ, ਦੀਪ ਸਿੱਧੂ ਦੀ ਮੌਤ ਤੋਂ ਬਾਅਦ ਕਈ ਨਵੇਂ ਸਵਾਲ ਉੱਠੇ ਆ ਜੀ। ਮੌਤ ਹੋ ਗਈ, ਬਹੁਤ ਦੁੱਖ ਹੋਇਆ, ਸੰਸਕਾਰ ਹੋਇਆ, ਤਿਲ ਸੁੱਟਣ ਜੋਗੀ ਥਾਂ ਨਹੀਂ ਸੀ, ਇੰਨੀ ਭੀੜ ਸੀ, ਇੰਨੇ ਲੋਕ ਵੱਡੀ ਗਿਣਤੀ ਦੇ ਵਿੱਚ ਆਏ ਸੀ ਜੀ। ਪਰ ਜਿਸ ਤਰੀਕੇ ਦੇ ਨਾਲ ਹੁਣ ਮਨ ਦੇ ਵਿੱਚ ਸਵਾਲ ਉੱਠਦੇ ਤੇ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵਿਚਾਰ ਆ ਰਹੇ ਆ, ਉਹ ਬੜਾ ਕੁਝ ਸੋਚਣ ਸਮਝਣ ਵਾਸਤੇ ਮਜਬੂਰ ਕਰਦੇ ਆ। ਇਸ ਧਰਤੀ ਦੇ ਉੱਤੇ ਹਮੇਸ਼ਾ ਕਿਸੇ ਨੇ ਬੈਠੇ ਨਹੀਂ ਰਹਿਣਾ। ਬਿਲਕੁਲ। ਜੋਬਨ ਰੁੱਤੇ ਜਦ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਜੀ। ਇਹ ਗੱਲਾਂ ਲਿਖੀਆਂ ਸ਼ਿਵ ਕੁਮਾਰ ਬਟਾਲਵੀ ਨੇ, ਤੇ ਸ਼ਿਵ ਕੁਮਾਰ ਦੀ ਲਿਖੀ ਇਹ ਗੱਲ ਆ ਜਿਹੜੀ ਉਹ ਹੁਣ ਤਾਰਾ ਬਣਦਾ ਦੀਪ ਸਿੱਧੂ ਜਾਂ ਫੁੱਲ ਬਣਦਾ, ਇਹਦੇ ਬਾਰੇ ਤਾਂ ਕੁਝ ਪਤਾ ਨਹੀਂ, ਪਰ ਕੀ ਉਹਦੇ ਸੁਪਨੇ ਨੂੰ ਲੋਕ ਸੱਚ ਕਰਨਗੇ? ਤੇ ਆਖਰੀ ਸੁਪਨਾ ਜਿਹੜਾ ਉਹ ਦੀਪ ਸਿੱਧੂ ਦਾ ਸੀ ਉਹ ਸੀ ਵੀ ਸਿਮਰਨਜੀਤ ਸਿੰਘ ਮਾਨ ਨੂੰ ਐਤਕੀ ਜਿਤਾਇਆ ਜਾਵੇ। ਮੈਂ ਨਾ ਕਈ ਸਪੀਚ ਸੁਣੀਆਂ, ਕਈ ਭਾਸ਼ਣ ਸੁਣੇ ਆ, ਉਹਦੇ ਵਿੱਚ ਦੀਪ ਸਿੱਧੂ ਇਹੀ ਗੱਲ ਕਹਿਣਾ ਵੀ ਐਤਕੀ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਸਾਡਾ ਫਰਜ਼ ਆ ਤੇ ਅਸੀਂ ਜਿਤਾਵਾਂਗੇ। ਇਹ ਬਜ਼ੁਰਗ ਬੰਦਾ ਹਰ ਵਾਰ ਹਾਰ ਜਾਂਦਾ, ਇਹਦਾ ਕਸੂਰ ਕੀ ਹੈ ਪਹਿਲਾਂ ਕਸੂਰ ਦੱਸ ਦਿਓ ਜੀ। ਤੇ ਮੈਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਇੱਕ ਇੰਟਰਵਿਊ ਦੇਖੀ, ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਵੀ ਭਾਈ ਮੈਂ ਕੁਛ ਨਹੀਂ ਕਹਿਣਾਗਾ ਕਿਉਂਕਿ ਲੋਕ ਮੈਨੂੰ ਵੋਟ ਨਹੀਂ ਪਾਉਂਦੇ। ਪੱਤਰਕਾਰ ਕਹਿੰਦਾ ਕਿਉਂ ਨਹੀਂ ਪਾਉਂਦੇ? ਕਹਿੰਦਾ ਮੈਂ ਸਿੱਖ ਹਾਂ ਇਸ ਕਰਕੇ ਨਹੀਂ ਪਾਉਂਦੇ। ਹਾਂ, ਇਹ ਬਹੁਤ ਵੱਡੇ ਸਵਾਲ ਆ ਸਾਡੇ ਲਈ। ਅਸੀਂ ਨਹੀਂ ਕਹਿੰਦੇ ਵੀ ਆਪਣੀ ਵੋਟ ਫਲਾਣੇ ਨੂੰ ਪਾਓ ਨਾ ਪਾਓ, ਇਹਨੂੰ ਪਾਉਣੀ ਚਾਹੀਦੀ ਹੈ, ਇਹਨੂੰ ਨਹੀਂ ਪਾਉਣੀ ਚਾਹੀਦੀ, ਪਰ ਇਹ ਹੈ ਵੀ ਜੋ ਦੀਪ ਸਿੱਧੂ ਨੇ ਕਿਹਾ, ਜੋ ਸੋਸ਼ਲ ਮੀਡੀਆ ਦੇ ਉੱਤੇ ਲਹਿਰ ਬਣੀ ਆ ਵੀ ਭਾਈ ਐਤਕੀ ਮਾਨ ਸਾਹਿਬ ਨੂੰ ਜਿਤਾਉਣਾ ਜ਼ਰੂਰੀ ਹੈ, ਐਤਕੀ ਮਾਨ ਸਾਹਿਬ ਨੂੰ ਜਿਤਾਓ, ਇਹ 10 ਮਾਰਚ ਨੂੰ ਪਤਾ ਲੱਗਣਾ ਵੀ ਫੇਸਬੁੱਕ ਹੀ ਇਨਕਲਾਬ ਹੀ ਹੈ ਜਾਂ ਇਹ ਸੱਚੀ ਮੁੱਚੀ ਹੈ। ਕਿਉਂਕਿ ਫੇਸਬੁੱਕੀ ਇਨਕਲਾਬ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਜਿਤਾਉਂਦਾ ਸੀ। ਬਿਲਕੁਲ ਸਹੀ। ਉਦੋਂ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਜਸਵੰਤ ਸਿੰਘ ਖਾਲੜਾ ਸਤਿਕਾਰਯੋਗ ਜਿਹੜੇ ਕਿ ਦੁਨੀਆ ਦੇ ਉੱਤੇ ਨਹੀਂ, ਉਹਨਾਂ ਦੇ ਪਰਿਵਾਰ ਦੀ ਦੇਣ ਬਹੁਤ ਆ, ਖਾਲੜਾ ਸਾਹਿਬ ਦੀ ਆਪਣੀ ਦੇਣ ਬਹੁਤ ਸੀ, ਪਰ ਸੋਸ਼ਲ ਮੀਡੀਆ ਤੇ ਐਂ ਲੱਗਦਾ ਸੀ ਵੀ ਇਹ ਤਾਂ ਬਸ ਕਮਾਲ ਹੀ ਹੋ ਜਾਣੀ, ਰਿਕਾਰਡ ਤੋੜ ਵੋਟਾਂ ਦੇ ਫਰਕ ਨਾਲ ਜਿੱਤਣਗੇ, ਤੇ ਵਿੱਚੋਂ ਕੀ ਨਿਕਲਿਆ? ਕੁਛ ਹੋਰ ਹੀ। ਐਤਕੀ ਵੀ ਜਿਹੜੀਆਂ ਗੱਲਾਂ ਚੱਲ ਰਹੀਆਂ, ਅਮਰਗੜ੍ਹ ਦੇ ਵਿੱਚ ਕੀ ਸਥਿਤੀ ਪਲਟੂਗੀ? ਕੀ ਲੋਕ ਇਸ ਵੇਲੇ ਦੀਪ ਦੇ ਨਾਲ ਖੜਨਗੇ? ਕੀ ਸਿਮਰਨਜੀਤ ਸਿੰਘ ਮਾਨ ਹੋਰੀ ਜਿੱਤ ਸਕਣਗੇ ਜਾਂ ਫਿਰ ਉਹ ਫੇਰ ਹਾਰ ਜਾਣਗੇ? ਇਸ ਸਮੇਂ ਨਹੀਂ ਬਿਆਨ ਕਰਦਾ। ਦੇਖੋ, ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਟਾਣਾ ਸਾਹਿਬ, ਜਦੋਂ ਤੋਂ ਵੋਟਾਂ ਸਿਰ ਦੇ ਉੱਪਰ ਆਈਆਂ ਨੇ 2022 ਦੀ ਸ਼ੁਰੂਆਤ ਤੋਂ ਲੈ ਕੇ ਮੈਂ ਕਹਿ ਸਕਦੀ ਹਾਂ, ਅਸੀਂ ਹਰ ਰੋਜ਼ ਇਸ ਪ੍ਰੋਗਰਾਮ ਦੇ ਵਿੱਚ ਇਹੀ ਗੱਲ ਕਰਦੇ ਹਾਂ ਕਿ ਅਸੀਂ ਸੋਚ ਸਮਝ ਕੇ ਇੱਕ ਚੰਗੇ ਉਮੀਦਵਾਰ ਨੂੰ ਚੁਣੀਏ, ਇੱਕ ਚੰਗੀ ਥਾਂ ਦੇ ਉੱਪਰ ਆਪਣੀ ਵੋਟ ਦੀ ਵਰਤੋਂ ਕਰੀਏ। ਸੋ ਇਹ ਤਾਂ ਮੁੱਕਦੀ ਗੱਲ ਤਾਂ ਵੋਟਰਾਂ ਦੇ ਉੱਪਰ ਆ ਕੇ ਹੈ ਕਿ ਉਹਨਾਂ ਨੇ ਆਪਣਾ ਕੀਮਤੀ ਵੋਟ ਕਿਹਦੇ ਹੱਕ ਦੇ ਵਿੱਚ ਪਾਉਣਾ ਹੈ ਨਾ। ਪਰ ਗੱਲ ਫਿਰ ਉੱਥੇ ਆ ਕੇ ਰੁਕਦੀ ਹੈ, ਕੁਝ ਕੁ ਘੰਟੇ ਰਹਿ ਗਏ, ਇਹ ਸਾਡਾ ਹਾਲੇ ਵੀ ਸਾਡੇ ਕੋਲ ਸਮਾਂ ਕਿ ਅਸੀਂ ਸਵੈ ਚਿੰਤਨ ਕਰੀਏ, ਅਸੀਂ ਸੋਚੀਏ, ਠੰਡੇ ਦਿਮਾਗ ਦੇ ਨਾਲ ਵਿਚਾਰੀਏ ਕਿ ਆਖਰਕਾਰ ਸਾਡੇ ਬੱਚਿਆਂ ਦਾ ਭਵਿੱਖ ਕਿਹਦੇ ਹੱਥਾਂ ਦੇ ਵਿੱਚ ਸੁਰੱਖਿਅਤ ਹੈ। ਜੇ ਅਸੀਂ ਅਜੇ ਵੀ ਫੈਸਲਾ ਨਹੀਂ ਲੈ ਸਕਦੇ ਤਾਂ ਫਿਰ ਮੁੜ ਕੇ ਅਗਲੇ 5 ਸਾਲ ਐਵੇਂ ਪਿੱਟੀ ਜਾਈਏ, ਐਵੇਂ ਇਹ ਕਹੀ ਜਾਈਏ ਫਲਾਣਾ ਮਾੜਾ, ਫਲਾਣਾ ਗੰਦਾ, ਇਹ ਸਰਕਾਰਾਂ ਨਹੀਂ ਚੰਗੀਆਂ, ਇੱਦਾਂ ਨਹੀਂ ਹੋਇਆ, ਉੱਦਾਂ ਨਹੀਂ ਹੋਇਆ, ਫਿਰ ਕੋਈ ਫਾਇਦਾ ਨਹੀਂ। ਚੁਣਨੀਆਂ ਤਾਂ ਅਸੀਂ ਨੇ ਨਾ। ਬਿਲਕੁਲ ਜੀ, ਹਰ ਵਾਰ ਅਸੀਂ ਹੀ ਚੁਣਦੇ ਆ ਜੀ। ਕੋਈ ਬਾਹਰੋਂ ਆ ਕੇ ਕਿਸੇ ਹੋਰ ਸੂਬੇ ਦੇ ਵਿੱਚੋਂ ਪੰਜਾਬ ਦੀ ਸਰਕਾਰ ਨਹੀਂ ਚੁਣਦਾ, ਇੱਥੇ ਕੋਈ ਹੋਰ ਸੂਬੇ ਦੇ ਵਿੱਚੋਂ ਜਾਂ ਹੋਰ ਦੇਸ਼ ਦੇ ਵਿੱਚੋਂ ਆ ਕੇ ਵੋਟਾਂ ਨਹੀਂ ਪਾਉਂਦਾ। ਜੇ ਤਾਂ ਚੰਗੇ ਚੁਣਦੇ ਆ ਤਾਂ ਉਹਦੇ ਲਈ ਵੀ ਅਸੀਂ ਖੁਦ ਜ਼ਿੰਮੇਵਾਰ ਹਾਂ, ਤੇ ਜੇ ਮਾੜੇ ਚੁਣੇ ਜਾਂਦੇ ਤਾਂ ਉਹਦੇ ਲਈ ਵੀ ਖੁਦ ਜ਼ਿੰਮੇਵਾਰ ਆ। ਪਰ ਅਸੀਂ ਆਪਦੀ ਜ਼ਿੰਮੇਵਾਰੀ ਤੋਂ ਭਗੌੜੇ ਹੋ ਜਾਂਦੇ ਆ। ਅਸੀਂ ਵੋਟਾਂ ਪਾਉਣ ਵੇਲੇ ਨਹੀਂ ਸੋਚਦੇ, ਉਹ ਜਿੱਤਣ ਤੋਂ ਬਾਅਦ ਨਹੀਂ ਸੋਚਦੇ। ਅਸੀਂ ਪਹਿਲਾਂ ਨਹੀਂ ਸੋਚਦੇ, ਉਹ ਮਗਰੋਂ ਨਹੀਂ ਸੋਚਦੇ। ਅਸਲ 'ਚ ਸਾਡੇ ਸੁਭਾਅ ਦਾ ਇਹ ਗੱਲ ਹਿੱਸਾ ਬਣ ਗਈ ਹੈ ਕਿ ਅਸੀਂ ਨਾ ਹਮੇਸ਼ਾ ਮਿਹਣੇ ਦੇਣ ਦੇ ਲਈ, ਹਮੇਸ਼ਾ ਭਾਂਡਾ ਕਹਿੰਦੇ ਹੁੰਦੇ ਨਾ ਭੰਨਣ ਦੇ ਲਈ ਕੋਈ ਨਾ ਕੋਈ ਸਾਨੂੰ ਨਾ ਚਾਹੀਦਾ ਹੁੰਦਾ। ਅਸੀਂ ਆਪਣੇ ਉੱਪਰ ਕਦੇ ਵੀ ਕਿਸੇ ਚੀਜ਼ ਦਾ ਇਲਜ਼ਾਮ ਨਹੀਂ ਲੈਂਦੇ। ਸਾਨੂੰ ਇਲਜ਼ਾਮ ਲਾਉਣ ਲਈ ਕਿਸੇ ਬੰਦੇ ਦਾ ਸਹਾਰਾ ਚਾਹੀਦਾ ਵੀ ਅਸੀਂ ਇਹ ਕਹਿ ਸਕੀਏ ਮਨ ਨੂੰ ਦਿਲਾਸਾ ਦੇਣ ਲਈ ਵੀ ਮੈਂ ਤਾਂ ਠੀਕ ਆ, ਮੈਂ ਤਾਂ ਚੰਗਾ, ਫਲਾਣਾ ਮਾੜਾ, ਫਲਾਣਾ ਨਹੀਂ ਚੰਗਾ। ਪਰ ਅਸੀਂ ਕਿੱਥੇ ਕੁ ਖੜੇ ਆ, ਸਾਨੂੰ ਇਹ ਸੋਚਣਾ ਪਊਗਾ। ਬਿਲਕੁਲ ਜੀ। ਤੇ ਵੈਸੇ ਮੇਰੀ ਹੁਣ ਤੱਕ ਦੀ ਸੋਚ ਤਾਂ ਇਹ ਕਹਿੰਦੀ ਹੈ ਜੀ ਵੀ ਭਾਈ ਜਿਹੜਾ ਵੀ ਬੰਦਾ ਤੁਹਾਨੂੰ ਚੰਗਾ ਲੱਗਦਾ ਜਾਂ ਜਿਹੜਾ ਕੁਦਰਤ ਨੇ ਸਾਡੇ ਕੋਲ ਖੋਲਿਆ, ਉਹਦੀ ਸੋਚ ਨੂੰ ਅਸੀਂ ਲੰਮੇ ਸਮੇਂ ਤੱਕ ਤੁਰਦੀ ਫਿਰਦੀ ਰੱਖੀਏ। ਪਰ ਹੁੰਦਾ ਇੱਥੇ ਕੀ ਆ ਵੀ 2 ਹਫ਼ਤਿਆਂ ਬਾਅਦ ਅਸੀਂ ਗੱਲ ਨੂੰ ਭੁੱਲ ਜਾਂਦੇ ਆ। ਤੁਸੀਂ ਦੇਖੋ ਸਿਧਾਰਥ ਹੋਰਾਂ ਦੀ ਜਦੋਂ ਮੌਤ ਹੋਈ, ਪੂਰਾ ਭਾਰਤ ਚੁੱਪ ਸੀ, ਗਮ ਦੇ ਵਿੱਚ ਸੀ। ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ, ਹਰ ਅੱਖ ਦੇ ਵਿੱਚੋਂ ਅਥਰੂ ਡਿੱਗਿਆ, ਪਰ ਅੱਜ ਉਹਨਾਂ ਨੂੰ ਕੋਈ ਚੇਤੇ ਕਰਦਾ? ਦੀਪ ਸਿੱਧੂ ਨੂੰ ਕੀ ਲੋਕ ਇਵੇਂ ਚੇਤੇ ਰੱਖਣਗੇ ਜਾਂ ਨਹੀਂ?
ਜਾਂ ਫਿਰ 2 ਹਫ਼ਤਿਆਂ ਦੀ ਗੱਲ ਹੀ ਆ, ਭੋਗ ਤੱਕ ਦੀ ਗੱਲ ਆ। ਇਹਦੇ ਵੱਲ ਹੁਣ ਨਿਗਾਹ ਟਿਕੀ ਰਹਿਣੀ ਆ ਵੀ ਲੋਕਾਂ ਦਾ ਪੱਧਰ ਕਿੱਥੇ ਤੱਕ ਦਾ ਖੜਾ। ਬਿਲਕੁਲ ਅੱਜ ਤਾਂ ਬਹੁਤ ਵੱਡੇ ਵੱਡੇ ਕਾਫਲੇ ਆ ਜੀ, ਅੱਜ ਤਾਂ ਹਰ ਬੰਦਾ ਕਹਿੰਦਾ ਵੀ ਬਹੁਤ ਮਾੜਾ ਹੋਇਆ, ਪਰ ਇਹ ਸਮਾਂ ਬਿਆਨ ਕਰੂਗਾ ਵੀ ਜਿਹੜਾ ਮਾੜਾ ਹੋਇਆ ਇਹਨੂੰ ਚੰਗੇ ਦੇ ਵਿੱਚ ਅਸੀਂ ਕਿਵੇਂ ਤਬਦੀਲ ਕਰਦੇ ਆਉਂਦੇ ਸਮੇਂ 'ਚ ਆਪਣੀ ਸੋਚ ਦੇ ਨਾਲ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਜਦੋਂ ਕਿਸੇ ਬੰਦੇ ਦੇ ਨਾਲ ਬਣੀ ਹੁੰਦੀ ਹੈ ਨਾ, ਉਦੋਂ ਉਹਦੇ ਔਗਣ ਵੀ ਗੁਣ ਲੱਗਦੇ ਆ। ਬਿਲਕੁਲ। ਤੇ ਜਦੋਂ ਵਿਗੜ ਜਾਂਦੀ ਆ ਉਦੋਂ ਗੁਣ ਵੀ ਔਗਣ ਲੱਗਣ ਲੱਗ ਜਾਂਦੇ ਆ ਜੀ। ਉਹ ਸਾਡੇ ਪੰਜਾਬੀ ਲੋਕ ਰੂਪਾਂ 'ਚ ਵੀ ਲਿਖਿਆ ਕਿ ਲੱਗੀ ਯਾਰੀ ਤੋਂ ਲਵਾਲੇ ਤਖਤੇ ਤੇ ਟੁੱਟੀ ਤੋਂ ਚਗਾਟ ਪਟ ਲਈ। ਜਦੋਂ ਤੱਕ ਤਾਂ ਸਾਂਝ ਹੁੰਦੀ ਆ ਉਦੋਂ ਤੱਕ ਤਾਂ ਭਾਵੇਂ ਸੋਨੇ ਦੇ ਤਖਤੇ ਲਵਾ ਲਓ, ਜਦੋਂ ਵਿਗੜ ਗਈ ਉਦੋਂ ਚਗਾਟ ਪੱਟਣ ਨੂੰ ਫਿਰਦੇ ਹੁੰਦੇ ਆ। ਇਹੋ ਜੀ ਗੱਲ ਹੁਣ ਕੁਮਾਰ ਵਿਸ਼ਵਾਸ ਦੇ ਮੂੰਹ ਦੇ ਵਿੱਚੋਂ ਨਿਕਲੀ ਆ। ਇੱਕ ਬਿਆਨ ਦਿੱਤਾ ਵੋਟਾਂ ਤੋਂ 3-4 ਦਿਨ ਪਹਿਲਾਂ, ਇਹਦੇ ਕਰਕੇ ਬਹੁਤ ਵੱਡੇ ਵਿਚਾਰ ਉੱਠੇ ਆ। ਰਾਘਵ ਚੱਡਾ ਨੇ ਵੀ ਇਹਦੇ ਉੱਤੇ ਟਿੱਪਣੀ ਕੀਤੀ ਆ, ਕਾਂਗਰਸ ਦੇ ਕੁਝ ਨੇਤਾਵਾਂ ਨੇ ਵੀ ਇਹਦੇ ਉੱਤੇ ਟਿੱਪਣੀ ਕੀਤੀ ਹੈ। ਤੇ ਕੁਮਾਰ ਵਿਸ਼ਵਾਸ ਨੇ ਗੱਲ ਕਹੀ ਆ ਕਿ ਜਦੋਂ ਮੇਰੀ ਉਹਨਾਂ ਨਾਲ ਬਣਦੀ ਹੁੰਦੀ ਸੀ, ਜਦੋਂ ਅਸੀਂ ਇਕੱਠੇ ਹੁੰਦੇ ਸੀ, ਇੱਕ ਵਾਰ ਅਸੀਂ ਕਮਰੇ 'ਚ ਬੈਠੇ ਸੀ, ਮੈਂ ਉਹਨੂੰ ਕਿਹਾ ਵੀ ਭਾਈ ਪੰਜਾਬ ਦੇ ਵਿੱਚ ਕਿਵੇਂ ਆ? ਉਹ ਕਹਿੰਦਾ ਵੀ ਪੰਜਾਬ ਦਾ ਮੁੱਖ ਮੰਤਰੀ ਮੈਂ ਹੀ ਬਣੂ। ਅੱਛਾ। ਪੰਜਾਬ ਦੇ ਵਿੱਚ ਸਾਡੀ ਹੀ ਸਰਕਾਰ ਬਣੂ। ਮੈਂ ਉਹਨੂੰ ਕਿਹਾ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਵੱਖਵਾਦੀਆਂ ਦੀ, ਖਾਲਿਸਤਾਨੀਆਂ ਦੀ ਗੱਲ ਵੀ ਚੱਲਦੀ ਆ। ਉਹ ਕਹਿੰਦਾ ਕੋਈ ਫਰਕ ਨਹੀਂ ਪੈਂਦਾ, ਮੈਂ ਪੰਜਾਬ ਦਾ ਮੁੱਖ ਮੰਤਰੀ ਬਣੂ ਤੇ ਜਾਂ ਫਿਰ ਮੈਂ ਆਜ਼ਾਦ ਰਾਸ਼ਟਰ ਦਾ ਪਹਿਲਾ ਪ੍ਰਧਾਨ ਮੰਤਰੀ ਬਣੂ। ਅੱਛਾ ਜੀ। ਤੇ ਫਿਰ ਕੁਮਾਰ ਵਿਸ਼ਵਾਸ ਕਹਿੰਦਾ ਵੀ ਪੰਜਾਬ ਇੱਕ ਸੋਚ ਹੈ। ਬਿਲਕੁਲ ਸਹਿਮਤ ਆ ਜੀ। ਕਹਿੰਦਾ ਪੰਜਾਬੀਅਤ ਇੱਕ ਸੋਚ ਹੈ, ਅਸੀਂ ਇਹਦੇ ਨਾਲ ਵੀ ਸਹਿਮਤ ਆ। ਬਿਲਕੁਲ। ਪਰ ਕੁਮਾਰ ਵਿਸ਼ਵਾਸ ਨੂੰ ਇਹ ਬੇਨਤੀ ਕਰਨੀ ਬਣਦੀ ਹੈ ਵੀ ਤੁਹਾਡੀ ਇਹ ਗੱਲ ਉਹਨਾਂ ਰਾਜਨੀਤਿਕ ਲੋਕਾਂ ਵਰਗੀ ਹੈ ਜਿਹੜੇ 50-50, 60-60, 70-70 ਸਾਲ ਰਾਜਨੀਤੀ ਦੇ ਵਿੱਚ ਰਹਿ ਕੇ ਤੇ ਜਦੋਂ ਸੇਵਾ ਮੁਕਤ ਹੋ ਜਾਂਦੇ ਆ, ਜਾਂ ਜਦੋਂ ਟਿਕਟ ਨਹੀਂ ਦਿੰਦੇ, ਜਾਂ ਜਦੋਂ ਅਹੁਦੇ ਦੇ ਉੱਤੇ ਮਨਚਾਹੇ ਦੇ ਉੱਤੇ ਨਹੀਂ ਬਿਠਾਉਂਦੇ, ਤੇ ਫਿਰ ਕਹਿੰਦੇ ਹੁੰਦੇ ਵੀ ਮੈਂ ਸਵੈ ਜੀਵਨੀ ਲਿਖਦਾ ਜੀ। ਸਵੈ ਜੀਵਨੀ ਲਿਖ ਕੇ ਫਿਰ ਇਹ ਗੱਲ ਕਹਿੰਦੇ ਵੀ 1972 ਦੇ ਵਿੱਚ ਇੱਕ ਵਾਰ ਇਦਾਂ ਹੋਣ ਲੱਗਾ ਸੀ, ਮੈਂ ਉਦੋਂ ਉੱਥੇ ਖੜਾ ਸੀ, ਜਿਹੜਾ ਫਲਾਣੀ ਥਾਂ ਤੇ ਦੰਗਾ ਹੋਇਆ ਸੀ ਉਦੋਂ ਐ ਹੋਇਆ ਸੀ ਤੇ ਮੈਨੂੰ ਉਦੋਂ ਪਤਾ ਸੀ, ਫਲਾਣੀ ਥਾਂ ਤੇ ਸਰਕਾਰ ਇਉਂ ਬਣੀ ਸੀ, ਉਦੋਂ ਮਾੜਾ ਚੰਗਾ ਕੰਮ ਇਉਂ ਹੋਇਆ ਸੀ, ਮੈਂ ਇਹ ਹੁਣ ਕਿਤਾਬ ਦੇ ਵਿੱਚ ਲਿਖਦਾ। ਉਦੋਂ ਕਿਤਾਬ ਵੇਚਣ ਦੀ ਗੱਲ ਹੁੰਦੀ ਹੈ, ਪਹਿਲਾਂ ਆਪਦੀ ਸੋਚ ਵੇਚੀ ਹੁੰਦੀ ਹੈ। ਜੇ ਉਦੋਂ ਗੱਲ ਕੀਤੀ ਹੋਵੇ ਜਦੋਂ ਤੁਹਾਡੇ ਕੋਲੇ ਅਹੁਦਾ ਸੀ, ਤੁਸੀਂ ਉਸੇ ਪਾਰਟੀ ਦੇ ਵਿੱਚ ਸੀ, ਤਾਂ ਫਿਰ ਤੁਹਾਡੀ ਕਿਤਾਬ ਦੇ ਉੱਤੇ ਵੀ ਬਹੁਤਾ ਯਕੀਨ ਹੋਵੇ ਜੀ। ਜਦੋਂ ਤੁਸੀਂ ਪਾਸੇ ਹੀ ਹੋਗੇ ਤੇ ਫਿਰ ਤੁਸੀਂ ਉਦੋਂ ਗੱਲ ਕਰਦੇ ਹੋ ਤੇ ਕਈ ਦਹਾਕਿਆਂ ਬਾਅਦ ਗੱਲ ਕਰਦੇ ਦੀ ਤੁੱਕੀ ਬਣਦੀ ਹੈ। ਬਿਲਕੁਲ ਸਹੀ ਹੈ। ਦੇਖੋ ਹਰ ਇੱਕ ਪਾਸੇ ਰੌਲਾ ਤਾਂ ਇਸੇ ਗੱਲ ਦਾ ਹੈ ਨਾ ਕਿ ਕੁਮਾਰ ਵਿਸ਼ਵਾਸ ਹੋਰੀ ਅੱਜ 5 ਸਾਲ ਬਾਅਦ ਆ ਕੇ ਇੱਕਦਮ ਪ੍ਰਗਟ ਹੋ ਕੇ ਬੋਲੇ ਨੇ, ਕਿਉਂਕਿ ਇਸ ਸਮੇਂ ਦੇ ਵਿੱਚ ਉਹ ਕਿੱਥੇ ਗਾਇਬ ਸੀ ਕਿਸੇ ਨੂੰ ਵੀ ਨਹੀਂ ਪਤਾ। 19 ਸਰਗਰਮ ਰਾਜਨੀਤੀ ਦਾ ਹਿੱਸਾ ਉਹ ਬਿਲਕੁਲ ਨਹੀਂ ਸੀ, ਤੇ ਹੁਣ ਇੱਕਦਮ ਪੰਜਾਬ ਦੇ ਵਿੱਚ ਵੋਟਾਂ ਨੇ ਤੇ ਉਹਨਾਂ ਤੋਂ ਕੁਝ ਦਿਨ ਪਹਿਲਾਂ ਆ ਕੇ ਤੇ ਇਹ ਬਿਆਨਬਾਜ਼ੀ ਕਰਨਾ ਇਹ ਕਿਤੇ ਵੀ ਵਾਜਬ ਨਹੀਂ ਲੱਗਦਾ। ਕੁਮਾਰ ਵਿਸ਼ਵਾਸ ਜੀ ਨੂੰ ਬੇਨਤੀ ਹੈ ਵੀ ਤੁਹਾਡੇ ਤੇ ਵਿਸ਼ਵਾਸ ਤਾਂ ਹੁੰਦਾ ਜੀ, ਬੇਵਿਸ਼ਵਾਸੀ ਤਾਂ ਨਾ ਹੁੰਦੀ। ਜੇਕਰ ਤੁਸੀਂ ਉਦੋਂ ਹੀ ਕਮਰੇ ਦੇ ਵਿੱਚੋਂ ਬਾਹਰ ਨਿਕਲ ਕੇ ਕਹਿੰਦੇ ਵੀ ਭਾਈ ਇਹਨੇ ਆਹ ਗੱਲ ਕੀਤੀ ਆ, ਭਾਵੇਂ ਮੇਰਾ ਆੜੀ ਆ ਪਰ ਇਹਦੀ ਸੋਚ ਆ ਜੀ, ਨਾਲੇ ਬਾਹਰ ਨਿਕਲ ਕੇ ਨਾ ਵੀ ਸਹੀ ਤੁਸੀਂ ਉਦੋਂ ਵੀ ਇਹ ਗੱਲ ਕਮਰੇ ਦੇ ਵਿੱਚ ਬੈਠ ਕੇ ਆਪਣੇ ਆੜੀ ਨੂੰ ਵੀ ਕਰ ਸਕਦੇ ਸੀ ਵੀ ਮੈਂ ਤੇਰੀ ਇਸ ਗੱਲ ਨਾਲ ਸਹਿਮਤ ਹਾਂ ਜਾਂ ਅਸਹਿਮਤ ਹਾਂ, ਜੋ ਵੀ ਤੁਹਾਡੀ ਰਾਏ ਹੋਵੇ। ਇਹ ਬਾਹਰ ਨਿਕਲ ਕੇ ਬਾਅਦ ਵਿੱਚ ਭੰਡਣਾ ਇਹ ਕਿਤੇ ਵੀ ਵਾਜਬ ਨਹੀਂ ਹੁੰਦਾ। 4 ਸਾਲ ਬਾਅਦ 5 ਸਾਲ ਬਾਅਦ ਜੇ ਤੁਸੀਂ ਆਪਣੀ ਕਿਸੇ ਸਹੇਲੀ ਦੀ, ਮੈਂ ਆਪਣੇ ਕਿਸੇ ਦੋਸਤ ਦੀ ਗੱਲ ਬਾਹਰ ਜਾ ਕੇ ਦੱਸਾਂ ਜੀ, ਤਾਂ ਭਾਵੇਂ ਉਹ ਸੱਚੀ ਹੋਵੇ ਤਾਂ ਵੀ ਸੱਚੀ ਕਿਉਂ ਮੰਨੀ ਜਾਵੇ? ਬਿਲਕੁਲ ਸਹੀ। ਕਿਉਂਕਿ 4-5 ਸਾਲ ਦੇ ਸਮੇਂ ਬਾਅਦ ਕੀਤੀਆਂ ਗਈਆਂ ਇਹਨਾਂ ਗੱਲਾਂ ਦੇ ਉੱਤੇ ਬੇਭਰੋਸਗੀ ਰਹਿਣੀ ਆ, ਬੇਵਿਸ਼ਵਾਸੀ ਰਹਿਣੀ ਆ। ਇਸ ਕਰਕੇ ਕੁਮਾਰ ਵਿਸ਼ਵਾਸ ਦੀ ਇਸ ਗੱਲ ਦੇ ਉੱਤੇ ਸਵਾਲ ਪੈਦਾ ਹੋਏ ਆ। ਇਹ ਵੇਲੇ ਦੀ ਗੱਲ ਹੁੰਦੀ ਆ ਜੀ, ਤੁਸੀਂ ਵੇਲੇ ਸਿਰ ਕਿਹੜੀ ਗੱਲ ਕਰਦੇ ਹੋ, ਕੁਵੇਲੇ ਕਿਹੜੀ ਗੱਲ ਕਰਦੇ ਹੋ। ਸੋ ਇਉਂ ਲੱਗਦਾ ਵੀ ਇਹ ਚੋਣ ਤੰਤਰ ਨੂੰ, ਵੋਟ ਤੰਤਰ ਨੂੰ ਪੰਜਾਬ ਦੇ ਵਿੱਚ ਸੰਨ ਲਾਉਣ ਦੇ ਲਈ, ਪ੍ਰਭਾਵਿਤ ਕਰਨ ਦੇ ਲਈ ਇਹ ਸ਼ਾਇਦ ਕੋਈ ਸੋਚੀ ਸਮਝੀ ਗੱਲ ਹੋਵੇ, ਜਾਂ ਫਿਰ ਹੁਣ ਕੁਮਾਰ ਵਿਸ਼ਵਾਸ ਹੋਰੀ ਆ ਕੇ ਮੀਡੀਆ ਦੇ ਮੂਹਰੇ ਇਹ ਗੱਲ ਕਹਿਣੀ ਜੀ ਕਿ ਇੰਨੀ ਤਰੀਕ ਦੀ ਗੱਲ ਹੈ, ਮੈਂ ਆਹ ਕੰਮ ਨੂੰ ਇਉਂ ਰੋਕਿਆ, ਆਹ ਕੰਮ ਕੀਤਾ। ਆਮੋ ਸਾਹਮਣੇ ਡਿਬੇਟ ਹੋ ਜਾਣੀ ਚਾਹੀਦੀ ਹੈ, ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ। ਬਿਲਕੁਲ ਸਹੀ ਹੈ। ਕੱਲੀ ਇੱਕ ਪਾਸੜ ਗੱਲ ਸੁਣ ਕੇ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ। ਇਹ ਆਮੋ ਸਾਹਮਣੇ ਦੋਵੇਂ ਜਣੇ ਹੋਣ, ਇਹਨਾਂ ਦਾ ਪਰਮ ਮਿੱਤਰ ਵੀ ਤੇ ਆਪ ਵੀ, ਤੇ ਫਿਰ ਲੋਕਾਂ ਨੂੰ ਆਪਣੇ ਆਪ ਸਮਝ ਆ ਜਾਊਗਾ ਕੌਣ ਸੱਚਾ ਕੌਣ ਝੂਠਾ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਪੰਜਾਬ ਦੇ ਮਾਲਵਾ ਖਿੱਤੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਲੇ ਤੱਕ ਝੰਡੀ ਆ। ਬਿਲਕੁਲ ਸਹੀ। ਹਾਲੇ ਤੱਕ ਮੈਂ ਤਾਂ ਕਹਿਣਾ ਵੀ ਪਹਿਲੇ 24 ਘੰਟੇ 'ਚ ਵੋਟਾਂ ਦੇ 24 ਘੰਟੇ ਪਹਿਲਾਂ ਕੀ ਹੋ ਜਾਏ ਕੁਝ ਪਤਾ ਨਹੀਂ। ਮਾਲਵੇ ਦੀਆਂ ਘੱਟੋ ਘੱਟ 36 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਮੁੱਖ ਤੌਰ ਤੇ ਟੱਕਰ ਦੇ ਰਹੀ ਆ। ਅੱਧੀਆਂ ਸੀਟਾਂ ਦੇ ਉੱਤੇ ਪਤਾ ਲੱਗਾ, ਅੱਧੀਆਂ ਤੋਂ ਥੋੜੀਆਂ ਜਿਹੀਆਂ ਘੱਟ ਹੋਣਗੀਆਂ, 30 ਸੀਟਾਂ ਦੇ ਉੱਤੇ ਪਤਾ ਲੱਗਾ ਵੀ ਆਮ ਆਦਮੀ ਪਾਰਟੀ ਆ ਜਿਹੜੀ ਉਹ ਤਕੋਣੇ ਮੁਕਾਬਲੇ ਦੇ ਵਿੱਚ ਆ। ਅੱਛਾ ਜੀ। ਪਿਛਲੀ ਵਾਰ 20 ਸੀਟਾਂ ਮਿਲ ਗਈਆਂ ਸੀ, ਐਤਕੀ ਕਿੰਨੀਆਂ ਮਿਲਦੀਆਂ ਸੀ ਕੁਝ ਕਹਿੰਦੇ ਨਹੀਂ, ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਬਣਿਆ, ਜਿਸ ਤਰੀਕੇ ਦੇ ਨਾਲ ਝਾੜੂ ਦੀ ਗੱਲ ਚੱਲ ਰਹੀ ਆ, ਉਹ ਲੱਗਦਾ ਵੀ ਮਾਝੇ ਦੇ ਵਿੱਚ ਵੀ ਐਤਕੀ ਕੁਝ ਕੁ ਸੀਟਾਂ ਸ਼ਾਇਦ ਲੈ ਜਾਣ ਜੀ। ਬਿਲਕੁਲ। ਦੁਆਬੇ ਦੇ ਵਿੱਚ ਅੱਜ ਵੀ ਕਮਜ਼ੋਰ ਆ, ਮਾਝੇ ਦੇ ਵਿੱਚ ਠੀਕ ਹੈ, ਤੇ ਮਾਲਵੇ ਦੇ ਵਿੱਚ ਝੰਡੀ ਆ, ਤੇ ਬਾਕੀ ਕਿਹਦੇ ਹਿੱਸੇ ਦੇ ਵਿੱਚ ਕੀ ਆਉਂਦਾ ਇਹ ਸਮਾਂ ਬਿਆਨ ਕਰੂਗਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ ਫੇਰ ਜੰਗ ਲੱਗ ਗਈ ਆ,
ਸ਼ਬਦਕ ਜੰਗ, ਟਵਿੱਟਰੀ ਜੰਗ, ਇਹ ਕਈ ਦਿਨਾਂ ਦੀ ਚੱਲ ਰਹੀ ਹੈ ਜੀ। ਫੇਸਬੁੱਕੀ ਜੰਗ ਇਹ ਕਦੋਂ ਦੀ ਚੱਲ ਰਹੀ ਹੈ ਤੇ ਕਈਆਂ ਦੇ ਵਿਚਕਾਰ ਚੱਲ ਰਹੀ ਹੈ। ਮੈਂ ਤਾਂ ਕਦੇ ਕਦੇ ਹੈਰਾਨ ਹੁੰਦਾ ਵੀ ਦੇਖੋ ਸਮਾਜ ਦੇ ਵਿੱਚ ਯੋਗਦਾਨ ਕਿਵੇਂ ਪੈਂਦਾ। ਉਹਨਾਂ ਟਵੀਟ ਕਰਦਿਆਂ ਕਿਹਾ ਕਿ ਉਹਨਾਂ ਫੇਸਬੁੱਕ ਤੇ ਕਿਹਾ ਕਿ ਵੀ ਭਾਈ ਟਵੀਟ ਕਰ ਕਰਕੇ ਲੋਕਾਂ ਦੇ ਢਿੱਡ ਥੋੜੀ ਭਰਦੇ ਆ ਜੀ। ਬਿਲਕੁਲ, ਟਵੀਟ ਕਰ ਕਰਕੇ ਲੋਕਾਂ ਦਾ ਜੀਵਨ ਪੱਧਰ ਥੋੜੀ ਉੱਚਾ ਹੁੰਦਾ। ਟਵੀਟ ਕਰਦਿਆਂ ਕਿਹਾ ਕਿ ਟਵੀਟ ਕੀਤਾ ਜਾਵੇਗਾ, ਉਹਨਾਂ ਨੇ ਟਵੀਟ ਕਰ ਦਿੱਤਾ, ਉਹਨਾਂ ਨੇ ਟਵੀਟ ਢਾ ਦਿੱਤਾ, ਟਵੀਟ ਵਾਰ ਰੀਟਵੀਟ ਹੋ ਗਿਆ, ਫਲਾਣਾ ਟਵੀਟ ਹੋ ਗਿਆ, ਐਂ ਚੱਲੀ ਜਾਂਦਾ ਜੀ। ਬਿਲਕੁਲ। ਹੁਣ ਚੰਨੀ ਸਾਹਿਬ ਤੇ ਕੇਜਰੀਵਾਲ ਹੋਰਾਂ ਦੀ ਟਵੀਟੋ ਟਵੀਟੀ ਜੰਗ ਚੱਲੀ ਆ। ਅੱਛਾ ਜੀ। ਹਾਂਜੀ, ਹੁਣ ਕੀ ਕਹਿੰਦੇ ਨੇ ਇੱਕ ਦੂਸਰੇ ਦੇ ਬਾਰੇ? ਦੇਖੋ ਅਰਵਿੰਦ ਕੇਜਰੀਵਾਲ ਹੋਰੀ ਕਹਿੰਦੇ ਆ ਵੀ ਧੂਰੀ ਦੇ ਵਿੱਚ ਭਗਵੰਤ ਮਾਨ ਘੱਟੋ ਘੱਟ 51,000 ਵੋਟਾਂ ਨਾਲ ਜਿੱਤੂਗਾ। ਅੱਛਾ ਜੀ। ਟਵੀਟ ਕੀਤਾ ਉਹਨਾਂ ਨੇ। ਹਾਂ। ਤੇ ਉਧਰੋਂ ਪਤਾ ਲੱਗਾ ਵੀ ਚੰਨੀ ਹੋਰਾਂ ਨੇ ਟਵੀਟ ਕਰਤਾ। ਉਹ ਕੀ ਕਹਿੰਦੇ? ਉਹ ਕਹਿੰਦੇ 51,000 ਝੂਠ ਇਸ ਤੋਂ ਪਹਿਲਾਂ ਤੁਸੀਂ ਬੋਲ ਚੁੱਕੇ ਹੋ। ਅੱਛਾ ਜੀ। ਤੁਸੀਂ 17 ਦੀਆਂ ਚੋਣਾਂ ਦੇ ਵਿੱਚ ਇਹ ਗੱਲ ਕਹਿੰਦੇ ਸੀ, ਸਕਰੀਨਸ਼ਾਟ ਲੈ ਲੈ ਕੇ ਦੱਸਿਆ ਵੀ ਭਾਈ ਕੈਪਟਨ ਅਮਰਿੰਦਰ ਸਿੰਘ ਪਟਿਆਲਿਓਂ ਵੀ ਹਾਰੂ ਤੇ ਲੰਬੀ ਤੋਂ ਵੀ ਹਾਰੂ। ਬਣਿਆ ਕੀ? ਤੁਸੀਂ ਕਹਿੰਦੇ ਸੀ ਵੀ ਦਿੱਲੀ ਦੀਆਂ 7 ਦੇ ਵਿੱਚੋਂ 5 ਸੀਟਾਂ ਲੋਕ ਸਭਾ ਦੀਆਂ ਅਸੀਂ ਜਿੱਤਾਂਗੇ, ਜਾਣੀ ਕਿ ਆਮ ਆਦਮੀ ਪਾਰਟੀ ਵਾਲੇ। ਜਿੱਤੀ ਇੱਕ ਵੀ ਨਹੀਂ। ਕੀ ਬਣਿਆ? ਤੁਸੀਂ ਪਿਛਲੀ ਵਾਰ ਵੀ ਸਰਕਾਰ ਬਣਾਉਂਦੇ ਸੀ, ਰਹਿ ਗਏ 20 ਸੀਟਾਂ ਤੇ ਕੀ ਬਣਿਆ? ਸੋ ਤੁਹਾਡੇ 51,000 ਝੂਠ ਪਹਿਲਾਂ ਲੋਕਾਂ ਨੇ ਦੇਖ ਲਏ ਆ ਤੇ ਐਤਕੀ ਤੁਹਾਡੀ ਗੱਲ ਦੇ ਵਿੱਚ ਨਹੀਂ ਆਉਂਦੇ। ਚੰਨੀ ਸਾਹਿਬ ਨੇ ਵੀ ਕੋਈ ਡਾਇਰੀ ਤਾਂ ਨਹੀਂ ਲਗਾ ਰੱਖੀ ਜਿਹਦੇ ਵਿੱਚ ਨੋਟ ਕਰਦੇ ਰਹਿੰਦੇ ਨੇ ਵੀ ਕੌਣ ਕਿੰਨੀ ਵਾਰ ਝੂਠ ਬੋਲਦਾ ਹੈ, ਕਿੰਨੀ ਵਾਰ ਨਾਲੋਂ ਨਾਲ ਬੈਠੇ ਨੋਟ ਕਰਦੇ ਹੋਣ? ਦੇਖੋ ਇਧਰੋਂ ਚੰਨੀ ਸਾਹਿਬ ਕਹੀ ਜਾਂਦੇ ਆ, ਕਹਿੰਦੇ ਵੀ ਘੱਟੋ ਘੱਟ 20-25 ਹਜ਼ਾਰ ਦੇ ਫਰਕ ਦੇ ਨਾਲ ਅੱਛਾ ਜੀ ਦਲਵੀਰ ਸਿੰਘ ਗੋਲਡੀ ਧੂਰੀ ਤੋਂ ਜਿੱਤੂਗਾ। ਅੱਛਾ ਜੀ। ਸੋ ਇਹ ਸਾਰਾ ਕੁਝ ਇਹਨਾਂ ਨੂੰ ਪਤਾ ਹੀ ਆ। ਵੋਟਾਂ ਪਾਉਣ ਤੋਂ ਪਹਿਲਾਂ ਹੀ ਪਤਾ ਵੀ ਭਾਈ ਕਿਹਨੇ ਕਿੰਨੇ ਫਰਕ ਨਾਲ ਜਿੱਤਣਾ। ਪਰ ਮੈਨੂੰ ਤਾਂ ਇਹ ਨਹੀਂ ਸਮਝ ਆਈ ਵੀ ਉੱਥੇ ਆਮੋ ਸਾਹਮਣੇ ਤਾਂ ਭਗਵੰਤ ਮਾਨ ਤੇ ਦਲਵੀਰ ਗੋਲਡੀ ਹੋਰੀ ਨੇ, ਹਨਾ, ਉਹ ਤਾਂ ਇੱਕ ਦੂਜੇ ਬਾਰੇ ਗੱਲ ਕਰਨ ਤਾਂ ਸਮਝ ਆਉਂਦਾ ਵੀ ਉਹਨਾਂ ਦਾ ਆਪਣਾ ਮੁਕਾਬਲਾ ਹੈ। ਇੱਧਰ ਇਹ ਦੋਵੇਂ ਐਵੇਂ ਬੈਸੀ ਜਾਂਦੇ ਨੇ। ਮਤਲਬ ਤੁਸੀਂ ਇਹ ਵੇਖੋ ਟਾਣਾ ਸਾਹਿਬ, ਅੱਗੇ ਵੀ ਇੱਕ ਦਿਨ ਆਪਾਂ ਇਹ ਗੱਲ ਕੀਤੀ ਸੀ ਕਿ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਨੇ ਤਿਵੇਂ ਤਿਵੇਂ ਮੁੱਦੇ ਤਾਂ ਗਾਇਬ ਹੀ ਹੋ ਗਏ। ਕੋਈ ਹੁਣ ਮੁੱਦੇ ਦੀ ਗੱਲ ਕਰ ਰਿਹਾ, ਕੋਈ ਹੁਣ ਮੁੱਦਿਆਂ ਦੇ ਉੱਪਰ ਵਿਚਾਰ ਕਰ ਰਿਹਾ, ਕੋਈ ਆਪਣਾ ਵਿਜ਼ਨ ਦੱਸ ਰਿਹਾ। ਹਰ ਕੋਈ ਇਹੀ ਕਹਿੰਦਾ ਵੀ ਇਹਨੂੰ ਇੰਨੀਆਂ ਵੋਟਾਂ ਨਾਲ ਹਰਾ ਦਾਂਗੇ, ਆਹ ਵਾਲੀ ਸੀਟ ਮੈਂ ਪੱਕਾ ਜਿੱਤ ਜਾਊਂਗਾ। ਇੱਥੇ ਵੇਖਿਓ ਤੁਸੀਂ ਇਹਦਾ ਹਾਲ ਕੀ ਹੁੰਦਾ। ਲੋਕਾਂ ਨੂੰ ਪਤਾ ਹੈ ਜੀ ਕਿ ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ। ਤੁਸੀਂ ਮੁੱਦਿਆਂ ਦੀ ਗੱਲ ਕਰੋ ਵੀ ਹਾਲੇ ਵੀ ਪੰਜਾਬੀਓ ਤੁਹਾਡੇ ਕੋਲ ਸਮਾਂ ਹੈ, ਅਸੀਂ ਇਸ ਮੁੱਦੇ ਬਾਬਤ ਆ ਸੋਚ ਰਹੇ ਹਾਂ, ਇਸ ਮੁੱਦੇ ਨੂੰ ਇਦਾਂ ਹੱਲ ਕਰਾਂਗੇ, ਤੁਹਾਡਾ ਇਹ ਮੁੱਦਾ ਅਸੀਂ ਖਤਮ ਕਰ ਦਿਆਂਗੇ। ਇਸ ਬਾਬਤ ਤਾਂ ਕੋਈ ਵੀ ਨਹੀਂ ਗੱਲ ਕਰ ਰਿਹਾ। ਦੇਖੋ ਰਾਜਨੀਤੀ ਪੰਜਾਬ ਦੀ ਮਨੋਰੰਜਨ ਬਣ ਕੇ ਰਹਿ ਗਈ ਹੈ। ਬਸ ਇੰਜੋਇਮੈਂਟ ਆ, ਮਨੋਰੰਜਨ ਹੈ ਇਹਦੇ ਵਿੱਚ ਵੀ ਇਹਨੇ ਐਂ ਕਹਿ ਦੇਣਾ, ਫਲਾਣੇ ਨੇ ਐਂ ਕਹਿ ਦੇਣਾ, ਫਲਾਣਾ ਉਹਦੇ ਪੈਰ ਮਿੱਧ ਦੂ, ਫਲਾਣਾ ਉਹਦੇ ਟੱਬਰ ਬਾਰੇ ਗੱਲ ਕਰ ਦੂ, ਫਲਾਣਾ ਕੋਗੇ ਨੂੰ ਹਰਾ ਦੇਾਂਗੇ, ਸ਼ੁਰੂ ਤੋਂ ਹੀ ਗੰਦਾ, ਇਹ ਬਚਪਨ ਤੋਂ ਹੀ ਗੰਦਾ, ਇਹ ਬਹੁਤ ਚਿਰ ਦਾ ਗੰਦਾ, ਇਹਦਾ ਪਾਪਾ ਵੀ ਗੰਦਾ ਸੀ। ਇਹੀ ਲੱਗੇ ਪਏ ਇੱਕ ਦੂਜੇ ਦੇ ਬਾਰੇ ਗੱਲਾਂ ਕਰਨ। ਔਰ ਰੱਬ ਦਾ ਵਾਸਤਾ ਭਲਿਓ ਮਾਨਸੋ, ਤੁਸੀਂ ਪੰਜਾਬ ਦੇ ਲੋਕਾਂ ਦੇ ਬਾਰੇ ਸੋਚੋ। ਇਹ ਰਾਜਨੀਤੀ ਤੁਹਾਡੀਆਂ ਇਹਨਾਂ ਗੱਲਾਂ ਦੇ ਨਾਲ ਲੋਕਾਂ ਦਾ ਕਿਹੜਾ ਫਾਇਦਾ ਹੁੰਦਾ? ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਆ, ਇਹ ਗੱਲ ਅਕਾਲੀ ਦਲ ਦੇ ਆਗੂ ਕਰਨ, ਕਾਂਗਰਸੀ ਕਰਦੇ ਆ, ਆਪ ਵਾਲੇ ਕਰਦੇ ਆ, ਬਸਪਾ ਵਾਲੇ ਕਰਨ ਜਾਂ ਬੀਜੇਪੀ ਵਾਲੇ ਕਰਨ, ਇਹਨਾਂ ਗੱਲਾਂ ਦਾ ਕੀ ਬਣਦਾ? ਰਾਜਨੀਤੀ ਮਜ਼ਾਕ ਬਣ ਗਈ ਹੈ। ਤੁਸੀਂ ਇਸ ਤੋਂ ਪਹਿਲਾਂ 10 ਸਾਲ 15 ਸਾਲ ਪਹਿਲਾਂ ਦੀ ਜੇ ਗੱਲ ਕਰੋ, ਉਦੋਂ ਰਾਜਨੀਤੀ ਹੋਰ ਤਰ੍ਹਾਂ ਦੀ ਹੁੰਦੀ ਸੀ। ਉਦੋਂ ਢੰਗ ਤਰੀਕੇ ਹੋਰ ਹੁੰਦੇ ਸੀ, ਮੁੱਦੇ ਗੱਲ ਕਰਨ ਦਾ ਤਰੀਕਾ, ਭਾਸ਼ਣ ਅਲੱਗ ਤਰ੍ਹਾਂ ਦੇ ਹੁੰਦੇ ਸੀ। ਹੁਣ ਦੀ ਰਾਜਨੀਤੀ ਦੀ ਗੱਲ ਕਰੋ ਤਾਂ ਉਹ ਭਾਸ਼ਣ ਘੱਟ ਤੇ ਮਨੋਰੰਜਨ ਜ਼ਿਆਦਾ ਲੱਗਦਾ ਹੈ। ਟੋਟਕੇ ਸੁਣਾਏ ਜਾਂਦੇ ਨੇ, ਤੁਹਾਨੂੰ ਹਸਾਇਆ ਜਾਂਦਾ ਹੈ, ਇੱਕ ਦੂਜੇ ਦੇ ਉੱਪਰ ਗੈਰਵਾਜਬ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਪਤਾ ਹੀ ਨਹੀਂ ਕੀ ਗੱਲਾਂ ਕਰੀ ਜਾਂਦੇ ਨੇ। ਕਈ ਵਾਰ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਸ਼ਾਇਦ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਇਹ ਕਹਿ ਕੀ ਜਾਂਦੇ ਨੇ, ਤੇ ਬਾਅਦ ਵਿੱਚ ਉਹੀ ਇੱਕੋ ਸ਼ਬਦ, ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਬੁਰਾ ਲੱਗਿਆ ਤਾਂ। ਸੋ ਗੱਲ ਇਹ ਹੈ ਵੀ ਮੁੱਦਿਆਂ ਦੀ ਰਾਜਨੀਤੀ ਕਰੋ, ਵਾਜਬ ਜਿਹੜੀਆਂ ਗੱਲਾਂ ਨੇ ਉਹ ਕਰੋ, ਗੈਰਵਾਜਬ ਟਿੱਪਣੀਆਂ ਕਰਨੀਆਂ ਕਿਤੇ ਵੀ ਨਹੀਂ ਸਹੀ। ਕੱਲ ਨਾ ਇੱਕ ਪਿੰਡ ਦੇ ਵਿੱਚ ਸ਼ਰਤ ਲੱਗ ਗਈ, 2 ਮੁੰਡੇ ਖੜੇ ਆ, ਕੋਲੇ ਇੱਕ ਤੀਜਾ ਬੰਦਾ ਖੜਾ, ਇਹਨਾਂ ਦੋਹਾਂ ਦੀ ਆਪਸ ਦੇ ਵਿੱਚ ਸ਼ਰਤ ਲੱਗੀ ਆ। ਕਹਿੰਦਾ ਜੀ ਮੈਂ ਹੈਗਾ ਆਮ ਆਦਮੀ ਪਾਰਟੀ ਦਾ, ਇਹ ਹੈਗਾ ਅਕਾਲੀ ਦਲ ਦਾ। ਕਹਿੰਦਾ ਮੈਂ ਇਹਨੂੰ ਕਿਹਾ ਵੀ ਆਮ ਆਦਮੀ ਪਾਰਟੀ ਵਾਲਾ ਜਿੱਤੂਗਾ ਉਮੀਦਵਾਰ, ਤੇ ਇਹ ਕਹਿੰਦਾ ਅਕਾਲੀ ਦਲ ਵਾਲਾ ਜਿੱਤੂਗਾ। ਸਾਡੀ ਲੱਗੀ ਕਹਿੰਦਾ 5-5 ਕਿੱਲਿਆਂ ਦੀ ਸ਼ਰਤ। 5 ਕਿੱਲਿਆਂ ਦੀ? ਕਹਿੰਦਾ ਵੀ ਜੇ ਤਾਂ ਇਹ ਜਿੱਤ ਗਿਆ ਤਾਂ ਮੈਂ ਇਹਨੂੰ 5 ਕਿੱਲੇ ਦੇਊ, ਤੇ ਜੇ ਮੈਂ ਜਿੱਤ ਗਿਆ ਤਾਂ ਇਹ ਮੈਨੂੰ 5 ਕਿੱਲੇ ਦੇਊ। ਤੇ ਕੋਲੇ ਇੱਕ ਬੰਦਾ ਖੜਾ, ਕਹਿੰਦਾ ਜੇ ਦੋਵੇਂ ਹੀ ਹਾਰ ਗਏ, ਕਹਿੰਦੇ ਫਿਰ 1 ਕਿੱਲਾ ਤੈਨੂੰ ਦੋਵੇਂ ਦੇ ਦਾਂਗੇ, ਮੈਂ ਵੀ 1 ਕਿੱਲਾ ਤੈਨੂੰ ਦੇਊਂਗਾ, ਇਹ ਵੀ 1 ਕਿੱਲਾ ਤੈਨੂੰ ਦੇਊਗਾ। ਉਹ ਕਹਿੰਦਾ ਕਮਾਲ ਹੋ ਗਈ, ਕੀ ਹੋ ਗਿਆ ਪੰਜਾਬੀ ਸਿਰਾ ਲੱਗ ਗਿਆ। ਨਹੀਂ ਇਹਦੇ ਨਾਲ ਪੰਜਾਬ ਨੂੰ ਕੀ ਫਾਇਦਾ? ਜਾਂ ਇਹਦੇ ਨਾਲ ਜਿਹੜੀਆਂ ਰਾਜਨੀਤਿਕ ਪਾਰਟੀਆਂ, ਚਾਹੇ ਉਹ ਕਿਸੇ ਵੀ ਹੋਰ ਪਾਰਟੀ ਤੇ ਵੀ ਸ਼ਰਤ ਲਾਈ ਹੋਈ ਆ, ਇਹਨਾਂ ਤੇ ਵੀ ਲਾਈ ਹੈ, ਇਹਦੇ ਨਾਲ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਚਲੋ ਉਹ ਤਾਂ ਜਿੱਤ ਕੇ ਫਿਰ ਵੀ ਕੁਝ ਹਾਸਲ ਕਰ ਲੈਣਗੇ, ਪੰਜਾਬੀਆਂ ਦੇ ਪੱਲੇ ਕੀ ਪੈਣਾ? ਮੈਂ ਵੀ ਇੰਨਾ ਕੁਝ ਸੋਚਿਆ ਸੀ। ਮੈਂ ਵੀ ਆਖਿਆ ਵੀ ਯਾਰ ਲੱਗਦੇ ਤਾਂ ਬੰਦੇ ਮਾਤੜਾ ਜੀ, ਮੈਂ ਵੀ ਆਖਿਆ ਸਧਾਰਨ ਬੰਦੇ ਲੱਗਦੇ ਆ, ਇਹ ਕਿੱਲੇ ਕਿਹੜੀ ਗੱਲ ਕਰਨਗੇ। ਬਾਅਦ ਦੇ ਵਿੱਚ ਇੱਕ ਨਵੀਂ ਗੱਲ ਕੱਢੀ ਉਹਨਾਂ ਨੇ, ਕਹਿੰਦਾ ਅਸੀਂ ਤਾਂ ਮਾਝਰੀ ਤੇ ਗਾਂ ਦੇ ਕਿੱਲੇ ਦੀ ਗੱਲ ਕਰਦੇ ਸੀ। ਉਹ ਕਹਿੰਦਾ ਜੇ ਤਾਂ ਮੈਂ ਜਿੱਤ ਗਿਆ ਤਾਂ ਇਹ ਮੈਨੂੰ ਉਧਰਲਾ ਕਿੱਲਾ ਪੱਟ ਕੇ ਲਿਆ ਕੇ ਦਿਓ, ਜੇ ਇਹ ਜਿੱਤ ਗਿਆ ਸਾਡੀ ਝੋਟੀ ਵਾਲਾ ਮੈਂ ਪੱਟ ਕੇ ਫੜਾ ਦੂੰ। ਚੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ
ਤੇ ਨਾਲ ਨੇ ਹਰਮਨ ਜੀ। ਤੇ ਟਾਣਾ ਸਾਹਿਬ ਅੱਗੇ ਵਧੀਏ ਹੁਣ। ਵਧੋ ਜੀ। ਤੁਸੀਂ ਭਾਜਪਾ ਦੇ ਬਹੁਤ ਸਾਰੇ ਪੋਸਟਰਸ ਵੇਖੇ ਹੋਣਗੇ, ਹੋਰਡਿੰਗਸ ਵੇਖੇ ਹੋਣਗੇ, ਥਾਂ ਦੇ ਉੱਪਰ ਜਿਹੜੇ ਪ੍ਰਚਾਰ ਦੇ ਲਈ ਤਰੀਕੇ ਵਰਤੇ ਉਹ ਵੇਖੇ ਹੋਣਗੇ, ਭਾਸ਼ਣ ਸੁਣੇ ਹੋਣਗੇ। ਇੱਕ ਚੀਜ਼ ਵੱਲ ਖਿਆਲ ਗਿਆ ਤੁਹਾਡਾ? ਦੇਖੋ ਮੈਂ ਪੋਸਟਰ ਦੇਖੇ ਆ ਜੀ। ਪ੍ਰਧਾਨ ਮੰਤਰੀ ਸਾਹਿਬ ਦੀ ਫੋਟੋ ਲੱਗੀ ਹੁੰਦੀ ਹੈ, ਬਿਲਕੁਲ ਸਹੀ। ਨਾਲ ਉਸ ਹਲਕੇ ਦੇ ਉਮੀਦਵਾਰ ਦੀ ਲੱਗੀ ਹੁੰਦੀ ਥੱਲੇ ਜੇ ਕਰਕੇ ਜੀ। ਨਾਲ ਪੰਜਾਬ ਦੇ ਬੀਜੇਪੀ ਪ੍ਰਧਾਨ ਸਾਹਿਬ ਦੀ ਫੋਟੋ ਲੱਗੀ ਹੁੰਦੀ ਹੈ, ਬਿਲਕੁਲ ਸਹੀ। ਨਾਲ ਅਮਿਤ ਸ਼ਾਹ ਹੋਰਾਂ ਦੀ ਫੋਟੋ ਲੱਗੀ ਹੁੰਦੀ ਹੈ, ਨਾਲ ਕੁਝ ਕੁ ਹੋਰ ਨੇਤਾਵਾਂ ਦੀ ਲੱਗੀ ਹੁੰਦੀ ਹੈ, 7-8 ਨੇਤਾ ਉੱਤੇ ਤੇ ਜਿਹਨੇ ਇਹ ਜਾਰੀ ਕੀਤਾ ਪੋਸਟਰ ਉਹਦੀ ਫੋਟੋ ਥੱਲੇ ਜੀ, ਤੇ ਥੱਲੇ ਲਿਖਿਆ ਹੁੰਦਾ ਜੀ ਕਿ ਸਾਨੂੰ ਐਤਕੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। ਬਿਲਕੁਲ। ਸਾਡੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ। ਜੇ ਕਾਂਗਰਸ ਵਾਲਾ ਪੋਸਟਰ ਦੇਖਦੇ ਆ, ਇਧਰ ਸੋਨੀਆ ਗਾਂਧੀ ਦੀ ਫੋਟੋ, ਰਾਹੁਲ ਗਾਂਧੀ ਦੀ ਫੋਟੋ, ਪ੍ਰਿयंका ਗਾਂਧੀ ਦੀ ਫੋਟੋ, ਚੰਨੀ ਸਾਹਿਬ ਦੀ ਫੋਟੋ, ਕਦੇ ਜਾਖੜ ਸਾਹਿਬ ਦੀ ਫੋਟੋ, ਸਿੱਧੂ ਸਾਹਿਬ ਦੀ ਫੋਟੋ, ਕਦੇ ਹਰੀਸ਼ ਚੌਧਰੀ ਦੀ ਫੋਟੋ, ਥੱਲੇ ਉਹੀ ਗੱਲ ਮੇਰੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਏਗੀ। ਸਾਰਿਆਂ ਦੀ ਇਦਾਂ ਬਿਲਕੁਲ ਸਹੀ ਹੈ। ਪਰ ਮੈਂ ਭਾਜਪਾ ਦੇ ਪੋਸਟਰਾਂ ਦੀ ਖਾਸ ਤੌਰ ਤੇ ਇਸ ਲਈ ਗੱਲ ਕਰ ਰਹੀ ਹਾਂ ਕਿਉਂਕਿ ਇੱਕ ਚਿਹਰਾ ਗਾਇਬ ਹੈ ਉਹਦੇ ਚੋਂ। ਕਿਹੜਾ ਗਾਇਬ ਹੋ ਗਿਆ? ਸਨੀ ਦਿਓਲ ਕਿਤੇ ਨਜ਼ਰ ਨਹੀਂ ਆ ਰਿਹਾ। ਤੇ ਨਜ਼ਰ ਆਇਆ ਕਦੋਂ? ਪਿਛਲੇ 1.5-2 ਸਾਲਾਂ ਤੋਂ। ਨਹੀਂ ਲੋਕਾਂ ਨੂੰ ਤਾਂ ਕਾਹਦਾ ਹੀ ਨਜ਼ਰ ਆਉਣਾ ਸੀ। ਉਹਦੀ ਤਾਂ ਫਿਲਮ ਨਹੀਂ ਕੋਈ ਆਈ, ਉਹਨੇ ਆਪ ਕਿੱਥੇ ਆਉਣਾ? ਉਹ ਵੀ ਠੀਕ ਹੈ ਤੁਹਾਡੀ ਗੱਲ, ਪਰ ਸਿਆਸਤਦਾਨਾਂ ਦੇ ਨਾਲ ਤਾਂ ਨਜ਼ਰ ਆਉਂਦੇ ਸੀ ਪੰਜਾਬ 'ਚ। ਉਹ ਭਰਾਵਾ ਤਾਂ ਆਉਂਦੇ ਜੇਕਰ ਉਹਨਾਂ ਨੇ ਕਦੇ ਰਾਜਨੀਤੀ ਦੇ ਵਿੱਚ ਦਿਲਚਸਪੀ ਲੈ ਕੇ ਹਲਕੇ ਦੇ ਲੋਕਾਂ ਦਾ ਕੰਮ ਕਰਨਾ ਸੋਚਿਆ ਹੁੰਦਾ। ਇਹ ਤਾਂ ਲੋਕਾਂ ਦੀ ਸੋਚ ਹੈ ਟਾਣਾ ਸਾਹਿਬ, ਪਰ ਜਿਨ੍ਹਾਂ ਦੇ ਉਹ ਸੰਗੀ ਸਾਥੀ ਨੇ, ਜਿਨ੍ਹਾਂ ਦੀ ਉਹ ਪਾਰਟੀ ਦੇ ਵਿੱਚ ਨੇ, ਹੁਣ ਤਾਂ ਉਹ ਪਾਰਟੀ ਉਮੀਦਵਾਰ ਜਾਂ ਪਾਰਟੀ ਵਾਲੇ ਵੀ ਉਹਨਾਂ ਦਾ ਨਾਂ ਕਿਤੇ ਨਹੀਂ ਲੈ ਰਹੇ, ਜ਼ਿਕਰ ਹੀ ਨਹੀਂ ਹੋ ਰਿਹਾ। ਇਹ ਗੱਲ ਤੁਹਾਡੀ ਸਹੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਪਠਾਨਕੋਟ ਦੇ ਵੱਲ ਰੈਲੀ ਕੀਤੀ, ਉੱਥੇ ਕਿਸੇ ਵੀ ਪੋਸਟਰ ਦੇ ਉੱਤੇ, ਕਿਸੇ ਵੀ ਬੋਰਡ ਦੇ ਉੱਤੇ ਸਨੀ ਦਿਓਲ ਦੀ ਫੋਟੋ ਹੈ ਨਹੀਂ। ਬਿਲਕੁਲ ਸਹੀ। ਜਦ ਕਿ ਉਹ ਉਸੇ ਖੇਤਰ ਤੋਂ, ਗੁਰਦਾਸਪੁਰ ਖੇਤਰ ਤੋਂ ਲੋਕ ਸਭਾ ਦੇ ਮੈਂਬਰ ਹੈ। ਹਾਂਜੀ। ਸਨੀ ਦਿਓਲ ਪਿਛਲੇ ਲੰਮੇ ਸਮੇਂ ਤੋਂ ਗਾਇਬ ਆ। ਪਿਛਲੇ ਲੰਮੇ ਸਮੇਂ ਤੋਂ ਉਹਨੇ ਕਿਸੇ ਨੂੰ ਵਿਖਾਲੀ ਨਹੀਂ ਦਿੱਤੀ, ਸੁਪਨੇ 'ਚ ਵੀ ਨਹੀਂ ਆਇਆ ਮੇਰੇ ਖਿਆਲ, ਹੁਣ ਤਾਂ ਭੁੱਲ ਗਏ ਹੋਣੇ ਲੋਕ ਜੀ। ਪਿਛਲੇ ਸਮੇਂ 'ਚ ਖਬਰ ਆਈ ਕਿ ਉਹ ਗਦਰ 2 ਦੀ ਸ਼ੂਟਿੰਗ ਦੇ ਵਿੱਚ ਬਿਜ਼ੀ ਹੈ, ਹੁਣ ਉਹ ਕਿਤੇ ਵੀ ਨਹੀਂ ਬਿਜ਼ੀ ਮੈਨੂੰ ਲੱਗਦਾ। ਪਰ ਉਹ ਆਏ ਕਿਉਂ ਨਹੀਂ, ਇਸ ਗੱਲ ਦੀ ਚਰਚਾ ਚੱਲੀ ਹੈ। ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਹ ਕਹਿਣਾ ਕਿ ਸਨੀ ਦਿਓਲ ਨੇ ਮਨ ਬਣਾ ਲਿਆ ਕਿ ਮੈਂ ਤਾਂ ਭਾਈ ਇੱਥੋਂ ਚੋਣ ਲੜਨੀ ਹੀ ਨਹੀਂ, ਮੈਂ ਇੱਕ ਵਾਰ ਖੜਨਾ ਸੀ, ਇੱਕ ਵਾਰ ਜਿੱਤ ਗਏ, ਗੱਲ ਖਤਮ, ਅਗਲੀ ਵਾਰ ਜਾਂ ਤਾਂ ਕਿਤੋਂ ਹੋਰ ਦੇਖਾਂਗੇ ਤੇ ਜਾਂ ਫਿਰ ਬਿਲਕੁਲ ਨਹੀਂ ਦੇਖਾਂਗੇ। ਤੇ ਪਤਾ ਇਹ ਵੀ ਲੱਗਾ ਵੀ ਬੀਜੇਪੀ ਦੇ ਕੁਝ ਕੁ ਨੇਤਾ ਇਹੋ ਜਿਹੇ ਆ ਜਿਹੜੇ ਕਿ ਇਸ ਵੇਲੇ ਇਹ ਸੋਚ ਰਹੇ ਵੀ ਜੇਕਰ ਸਨੀ ਦਿਓਲ ਪਰੇ ਹੀ ਆ, ਕਿਸੇ ਵੀ ਥਾਂ ਤੇ ਸਰਗਰਮ ਨਹੀਂ, ਤਾਂ ਅਗਲੀ ਵਾਰ ਭਾਈ 24 ਦੇ ਵਿੱਚ ਟਿਕਟ ਸਾਨੂੰ ਮਿਲ ਜੇ। ਅੱਛਾ ਜੀ। ਤਿਆਰੀਆਂ ਅਗਲੀਆਂ ਵੀ ਚੱਲਦੀਆਂ। ਓਹੋ, ਤੇ ਇਸੇ ਲਈ ਬਸ ਕਿਤੇ ਵੀ ਨਾ ਜ਼ਿਕਰ ਹੋ ਰਿਹਾ, ਨਾ ਫਿਕਰ ਹੋ ਰਿਹਾ, ਨਾ ਫੋਟੋ ਨਜ਼ਰ ਆ ਰਹੀ ਹੈ, ਨਾ ਉਹ ਆਪ ਨਜ਼ਰ ਆ ਰਹੇ ਨੇ। ਗੱਲ ਇਹ ਹੈ ਕਿ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਨਾ, ਘੱਟੋ ਘੱਟ ਜਿੰਨੇ ਸਮੇਂ ਦੇ ਲਈ ਕਿਸੇ ਨੂੰ ਵੀ ਚੁਣਿਆ, ਇਕੱਲੇ ਸਨੀ ਦਿਓਲ ਦੀ ਗੱਲ ਨਹੀਂ, ਜਿੰਨੇ ਵੀ ਐਮਪੀਜ਼ ਨੇ ਜਾਂ ਹੁਣ ਐਮਐਲਏ ਆਪਾਂ ਚੁਣਨੇ ਨੇ, ਇਹ ਹਰੇਕ ਦਾ ਫਰਜ਼ ਬਣਦਾ ਹੈ ਕਿ ਘੱਟੋ ਘੱਟ ਉਹ 5 ਸਾਲ ਤਾਂ ਅਸੀਂ ਲੋਕਾਂ ਦੇ ਲਈ ਕੱਢ ਲਈਏ, ਉਹ 5 ਸਾਲ ਤਾਂ ਅਸੀਂ ਉਹਨਾਂ ਨੂੰ ਦੇਖਦੇ ਰਹੀਏ। ਆ ਹੁਣ ਵਿਧਾਨ ਸਭਾ ਦੀਆਂ ਚੋਣਾਂ ਨੇ, ਸਾਰੇ ਚਿਹਰੇ ਨਜ਼ਰ ਆ ਰਹੇ ਨੇ, ਜਿਹੜੇ ਪਿਛਲੀ ਵਾਰ ਜਿੱਤੇ ਸੀ ਜਾਂ ਪਿਛਲੀ ਵਾਰ ਹਾਰੇ ਸੀ ਉਹ ਵੀ ਨਜ਼ਰ ਆ ਰਹੇ ਨੇ, ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਉਹ ਵੀ ਨਜ਼ਰ ਆ ਰਹੇ ਨੇ, ਜਾਂ ਜਿਹੜੇ ਕਿਸੇ ਦੇ ਚਹੇਤੇ ਨੇ ਉਹਨਾਂ ਦੇ ਨਾਲ ਉਹ ਆਪ ਆ ਰਹੇ ਨੇ। ਪਰ 5 ਸਾਲ ਕਿੱਥੇ ਸੀ ਇਹ ਕਿਸੇ ਨੂੰ ਨਹੀਂ ਪਤਾ, ਗਾਇਬ ਸੀ। ਬਿਲਕੁਲ ਗੱਲ ਸਹੀ ਆ। ਸਨੀ ਦਿਓਲ ਨੇ ਤਾਂ ਕੈਪਟਨ ਸਾਹਿਬ ਦਾ ਰਿਕਾਰਡ ਵੀ ਤੋੜਤਾ। ਕੈਪਟਨ ਸਾਹਿਬ ਅੱਜ ਕੱਲ ਨੁੱਕੜ ਮੀਟਿੰਗਾਂ ਕਰ ਰਹੇ ਆ ਜੀ, ਉਹ ਲੋਕਾਂ ਦੇ ਨਾਲ ਆਪਣੇ ਹਲਕੇ ਦੇ ਵਿੱਚ ਮਿਲ ਰਹੇ ਆ। ਇਹਨਾਂ ਨੂੰ ਤਾਂ ਇਉਂ ਲੱਗਦਾ ਵੀ ਪੰਜਾਬ 'ਚ ਚੋਣਾਂ ਹੀ ਹੈ ਨਹੀਂ। ਬਿਲਕੁਲ ਸਹੀ। ਗਜਨੀ ਫਿਲਮ ਬਣਾਈ ਸੀਗੀ ਆਮਿਰ ਖਾਨ ਨੇ, ਉਹ ਗੱਲ ਭੁੱਲ ਜਾਂਦੇ ਸੀ। ਇਹਨਾਂ ਨੇ ਤਾਂ ਹੋਰ ਆ, ਦਮਨੀ ਇਹਨਾਂ ਦੀ ਆ ਜੀ, ਘਾਤਕ ਇਹਨਾਂ ਦੀ ਆ, ਬਾਰਡਰ ਇਹਨਾਂ ਦੀ ਆ। ਬਸ ਉਹ ਉਹਦੇ 'ਚ ਹੀ ਦਾਮਿਨੀ 'ਚ ਸੀ ਮੇਰੇ ਖਿਆਲ ਨਾਲ ਉਹ ਡਾਇਲੌਗ, ਬਈ ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ। ਉਦਾਂ ਹੀ ਹੁਣ ਲੋਕਾਂ ਨੂੰ ਸ਼ਾਇਦ ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ ਦੇ ਕੇ ਭੁੱਲ ਗਏ। ਇਹ ਲੋਕਾਂ ਨੇ ਕਿਹਾ ਵੀ ਭਾਈ ਗਲਤ ਗਾ, ਮੈਂ ਇਕੱਲੇ ਨੇਤਾ ਦੀ ਗਲਤੀ ਨਹੀਂ ਮੰਨਦਾ। ਜਿੰਨੀ ਦੇਰ ਤੱਕ ਲੋਕ ਨਹੀਂ ਸੋਚਦੇ ਵੀ ਅਸੀਂ ਕਿਹਨੂੰ ਵੋਟ ਪਾਉਣੀ ਆ, ਕਿਹਨੂੰ ਨਹੀਂ ਪਾਉਣੀ, ਕਿਹੜਾ ਚੰਗਾ ਤੇ ਕਿਹੜਾ ਮਾੜਾ, ਫਰਕ ਨਹੀਂ ਨਿਖੇੜਦੇ, ਉਨੀ ਦੇਰ ਤੱਕ ਇਵੇਂ ਹੀ ਹੁੰਦਾ ਰਹਿਣਾ। ਬਿਲਕੁਲ ਸਹੀ ਆ। ਹੁਣ ਲੱਭ ਲਓ ਸਨੀ ਦਿਓਲ ਨੂੰ, ਪਟਵਾ ਲਓ ਨਲਕਾ, ਤੋਲ ਲਓ 2.5 ਕਿਲੋ ਦਾ ਹੱਥ, ਲੈ ਲਓ ਤਾਰੀਖ ਪੇ ਤਾਰੀਖ ਲੈ ਲਓ, ਸੁਣੋ ਡਾਇਲੋਗ ਉਹਦੇ। ਬਿਲਕੁਲ ਸਹੀ। ਸੋ ਉਹਦਾ ਕੰਮ ਚੱਲਦਾ, ਉਹਦਾ ਕੰਮ ਚੱਲੀ ਜਾਣਾ। ਜਿਹੜੇ ਵੱਡੇ ਬੰਦੇ ਹੁੰਦੇ ਆ, ਉਹ ਸਾਨੂੰ ਲੱਗਦਾ ਵੀ ਭਾਈ ਇਹ ਬੰਦੇ ਤਾਂ ਹੁਣ ਬਿਲਕੁਲ ਬੈਠ ਗਏ, ਭੁੰਜੇ ਲੈ ਗਏ, ਪਰ ਨਹੀਂ, ਉਹਨਾਂ ਦਾ ਕੰਮ ਫਿਰ ਵੀ ਚੱਲਦਾ ਹੁੰਦਾ, ਕਿਉਂਕਿ ਸਾਡਾ ਦਾਇਰਾ ਉਹਨਾਂ ਕੁ ਹੁੰਦਾ, ਉਹਨਾਂ ਦਾ ਦਾਇਰਾ ਹੋਰ ਪਾਸੇ ਨੂੰ, ਖੇਤਰਫਲ ਹੋਰ ਪਾਸੇ ਨੂੰ ਵੱਧ ਜਾਂਦਾ। ਸੋ ਪੰਜਾਬ ਦੇ ਲੋਕ ਕਿਸੇ ਨੂੰ ਵੀ ਵੋਟ ਪਾਉਣ ਤੋਂ ਪਹਿਲਾਂ ਸੋਚਣ, ਮਰਜ਼ੀ ਮੁਤਾਬਕ ਵੋਟ ਪਾਉਣ, ਪਰ ਕਿਹੜਾ ਤੁਹਾਡੇ ਕੰਮ ਆਉਂਦਾ। ਜਿਹੜੇ ਨਾ ਪ੍ਰਭਾਵਿਤ ਜੇ ਹੋ ਕੇ ਵੀ ਜਿਹੜਾ ਸਟਾਰਡਮ ਜਿਹਾ ਹੁੰਦਾ, ਉਹਦੇ ਤੋਂ ਪ੍ਰਭਾਵਿਤ ਹੋ ਕੇ ਵੋਟਾਂ ਨਾ ਪਾਇਆ ਕਰ। ਬਿਲਕੁਲ ਸਹੀ ਹੈ। ਜੱਜ ਦਾ ਵਿਚਾਰ। ਹਰਮਨ ਜੀ, ਸਵੇਰੇ ਸਵੇਰੇ ਮੈਂ 2-3 ਆਟੋ ਦੇਖੇ ਜੀ। ਇੱਕ ਆਟੋ ਦੇ ਉੱਤੇ ਝੰਡੀਆਂ ਲੱਗੀਆਂ ਹੋਈਆਂ ਕਾਂਗਰਸ ਦੀਆਂ। ਅੱਛਾ ਜੀ। ਦੂਜੇ ਆਟੋ ਦੇ ਉੱਤੇ ਝੰਡੀਆਂ ਲੱਗੀਆਂ ਹੋਈਆਂ ਆਮ ਆਦਮੀ ਪਾਰਟੀ ਦੀਆਂ। ਤੀਜੇ ਆਟੋ ਦੇ ਉੱਤੇ ਬੀਜੇਪੀ ਦੇ ਇੱਕ ਆਗੂ ਦੀਆਂ ਝੰਡੀਆਂ ਲੱਗੀਆਂ ਜੀ। ਤਿੰਨੇ ਜਾਣੇ ਖੜ ਕੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਆ, ਚਾਹ ਦਾ ਪਿਆਲਾ ਸਾਂਝਾ ਕਰ ਰਹੇ ਆ ਇੱਕ ਰੇਹੜੀ ਤੇ ਖੜ ਕੇ ਜੀ। ਕੋਈ ਗੱਲਾਂ ਬਾਤਾਂ ਕਰਦੇ ਹੋਣੇ ਵੀ ਯਾਰ ਹਮ ਤੋਂ ਐਸੇ ਜਾਤਾ ਹੂੰ, ਹਮ ਤੋਂ ਐਸੇ ਆਤਾ ਹੂੰ, ਕਿਆ ਬਾਤ ਕਰਤਾ ਹੂੰ ਯਾਰ,
हमारे इलाके में तो ऐसे है, शायद आपस में ਇਹੋ ਜਿਹੀਆਂ ਗੱਲਾਂ ਹੀ ਹੋਣਗੀਆਂ ਜਾਂ ਕਰਦੇ ਹੋਣਗੇ ਯਾਰ ਇਹ तीनों ही क्या करते हैं ਜਾਂ तीनों ही बहुत अच्छे हैं, पता नहीं ਕੀ ਗੱਲਾਂ ਕਰਦੇ ਹੋਣੇ ਆ। ਪਹਿਲਾਂ ਤਾਂ ਉਹ ਆਪਸ 'ਚ ਚਾਹ ਪਾਣੀ ਪੀਤੀ, ਫਿਰ ਚਾਹ ਪਾਣੀ ਪੀ ਕੇ 15-20 ਮਿੰਟ ਲਾ ਕੇ ਮੈਂ ਵੀ ਆਖਿਆ ਵੀ ਟਿਕਟਕੀ ਲਾ ਕੇ ਵੇਖਦੇ ਆ ਵੀ ਇਹਨਾਂ ਦੇ ਚਿਹਰੇ ਦੀ ਭਾਸ਼ਾ ਕੀ ਬਿਆਨ ਕਰਦੀ ਆ, ਚਿਹਰਾ ਕੀ ਬਿਆਨ ਕਰਦਾ, ਇਹਨਾਂ ਦੇ ਹਾਵ ਭਾਵ ਕੀ ਕਹਿੰਦੇ ਆ, ਕਿਹੜਾ ਆਕੜ ਕੇ ਜੇ ਤੁਰਦਾ ਵੀ ਮੈਂ ਤਾਂ ਫਲਾਣੇ ਦਾ ਪ੍ਰਚਾਰ ਕਰਦਾ, ਕਿਹੜਾ ਬਿਲਕੁਲ ਮਸੋਸਿਆ ਜੇ ਪਿਆ ਵੇਖਦੇ ਆ ਵੀ ਉਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ। ਤੇ ਇਹਨਾਂ ਨੇ ਚਾਹ ਪੀਤੀ, ਹਾਸਾ ਠੱਠਾ ਕੀਤਾ, ਠਹਾਕੇ ਲਾਉਂਦੇ ਆ, ਬਾਅਦ ਦੇ ਵਿੱਚ ਮਿਲਾਉਂਦੇ ਹੱਥ। ਇੱਕ ਜਣਾ ਐਨੂੰ ਤੁਰ ਪੈਂਦਾ, ਉਹਨੇ ਆਵਾਜ਼ ਉੱਚੀ ਕਰਤੀ, ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ। ਇੱਕ ਐਨੂੰ ਤੁਰ ਪੈਂਦਾ, ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ। ਇੱਕ ਐਨੂੰ, ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਏਗੀ। ਕੱਲੀ ਕੱਲੀ ਵੋਟ ਐਤਕੀ ਸਾਡੇ ਇਸ ਉਮੀਦਵਾਰ ਨੂੰ ਪਾਓ, ਇਲਾਕੇ ਨੂੰ ਖੁਸ਼ਹਾਲ ਬਣਾਓ, ਕਿਉਂਕਿ ਪਰਖਿਆ ਜਾਂਚਿਆ ਹੋਇਆ ਉਮੀਦਵਾਰ ਕਮਾਲ ਕਮਾਲ ਕਮਾਲ। ਮੈਂ ਕਿਹਾ ਲੈ ਬਈ ਹੁਣ ਜੰਗ ਸ਼ੁਰੂ ਹੋ ਗਈ, ਇੱਥੇ ਇਕੱਠੇ ਸੀ ਜੀ। ਤੇ ਤੁਹਾਨੂੰ ਚੇਤਾ ਨਹੀਂ ਟਾਣਾ ਸਾਹਿਬ ਜਦੋਂ ਆਪਾਂ ਖਬਰਾਂ ਕੱਢ ਰਹੇ ਸੀ ਤੇ ਇੱਕ ਆਟੋ ਥੱਲਿਓਂ ਦੀ ਲੰਘਿਆ ਤੇ ਉਹ ਵਿਚਾਰੇ ਪਤਾ ਨਹੀਂ, ਉਹ ਤਾਂ ਵਿਚਾਰਾ ਬਾਹਲਾ ਹੀ ਹੈ ਤਾਂ ਰਿਕਾਰਡ ਕੀਤੀ ਆਵਾਜ਼, ਪਿਆਰੇ ਇਲਾਕਾ ਵਾਸੀਓ ਕੱਲੀ ਕੱਲੀ ਵੋਟ ਪਾ ਦਿਓ ਇਸ ਉਮੀਦਵਾਰ ਨੂੰ, ਜਿੱਤੇਗਾ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ। ਹਾਂ ਜਿੱਤੇਗਾ ਵੀ ਜਿੱਤੇਗਾ, ਸਾਡੇ ਵਾਲਾ ਜਿੱਤੇਗਾ। ਮੈਂ ਕਿਹਾ ਲੈ ਬਈ ਇਹਨੂੰ ਖੰਘ ਲੱਗੀ ਹੈ। ਉਹ ਪਤਾ ਨਹੀਂ ਵਿਚਾਰਾ ਸਵੇਰੇ ਹੀ ਇੰਨਾ ਮਸੋਸਿਆ ਤੁਰਿਆ ਫਿਰਦਾ ਸੀ। ਸੋ ਗੱਲ ਇਹ ਹੈ, ਇਹ ਆਵਾਜ਼ਾਂ ਆਮ ਹੀ ਹੁਣ ਜਿੱਧਰੋਂ ਮਰਜ਼ੀ ਨਿਕਲ ਜਾਓ ਤੁਸੀਂ ਉੱਥੇ ਸੁਣਨ ਨੂੰ ਮਿਲਦੀਆਂ। ਚਲੋ ਗਰੀਬ ਦੀ ਰੋਟੀ ਚੱਲਦੀ ਹੈ, ਬਿਲਕੁਲ, ਉਹਦੇ ਲਈ ਅਸੀਂ ਧੰਨਵਾਦੀ ਹਾਂ। ਪਰ ਗਰੀਬ ਦੀ ਰੋਟੀ ਚਲਾਉਂਦੇ ਚਲਾਉਂਦੇ ਇਹ ਕਈਆਂ ਗਰੀਬਾਂ ਦੀ ਕਈ ਲੋਕ ਰੋਟੀ ਖੋਹਦੇ ਵੀ ਆ। ਮੈਂ ਤੁਹਾਨੂੰ ਦੱਸਾਂ ਟਾਣਾ ਸਾਹਿਬ, ਪਤਾ ਨਹੀਂ ਮੇਰੀ ਇਹ ਫਿਕਰ ਵਾਜਬ ਆ ਜਾਂ ਨਹੀਂ ਮੈਨੂੰ ਨਹੀਂ ਪਤਾ, ਪਰ ਜਦੋਂ ਵੀ ਇਦਾਂ ਦੇ ਕਿਸੇ ਆਟੋ ਦੇ ਕੋਲ ਦੀ ਲੰਘਦੀ ਆ ਮੈਂ ਜਾਂ ਕਿਸੇ ਆਟੋ ਨੂੰ ਵੇਖਦੀ ਆ ਤਾਂ ਪਹਿਲਾ ਖਿਆਲ ਮਨ ਦੇ ਵਿੱਚ ਪਤਾ ਕੀ ਆਉਂਦਾ, ਜਦ ਕਿ ਆਉਣਾ ਨਹੀਂ ਚਾਹੀਦਾ, ਪਰ ਪਹਿਲਾ ਖਿਆਲ ਮਨ 'ਚ ਇਹ ਆਉਂਦਾ ਵੀ ਇਹ ਇੰਨਾ ਪ੍ਰਚਾਰ ਕਰ ਰਹੇ ਨੇ, ਚਲੋ ਇਹਨਾਂ ਦੀ ਡਿਊਟੀ ਦੇ ਵਿੱਚ ਸ਼ਾਮਲ ਆ, ਪਰ ਇਹਨਾਂ ਨੂੰ ਪੈਸੇ ਮਿਲ ਜਾਣਗੇ। ਤੁਸੀਂ ਵੇਖੋ ਵੀ ਸਾਡੇ ਰਾਜਨੀਤੀਵਾਨਾਂ ਨੇ ਕਿਹੋ ਜਿਹੀ ਆਪਣੀ ਤਸਵੀਰ ਸਾਡੇ ਮਨਾਂ 'ਚ ਵਸਾਈ ਹੋਈ ਹੈ ਵੀ ਪਹਿਲਾ ਵਿਚਾਰ ਹੀ ਮਨ 'ਚ ਇਹ ਆਉਂਦਾ ਵੀ ਇਹਨਾਂ ਵਿਚਾਰਿਆਂ ਨੂੰ ਪੈਸੇ ਮਿਲ ਜਾਣਗੇ ਕਿ ਨਹੀਂ, ਇਹ ਦਿਨ ਰਾਤ ਇੱਕ ਕਰ ਰਹੇ ਨੇ, ਇੱਧਰ ਉੱਧਰ ਤੁਰੇ ਫਿਰਦੇ ਨੇ। ਵਿਆਹ ਦੇ ਵਿੱਚ ਭਾਵੇਂ ਕੋਈ ਬੰਦਾ 25 ਲੱਖ ਰੁਪਏ ਦਾ ਖਰਚਾ ਕਰ ਲੇ ਜੀ, ਪਰ ਬਹੁਤੀ ਵਾਰ ਟੈਂਟ ਵਾਲਿਆਂ ਦੇ ਗਲਾਸ ਗਵਾਚਦੇ ਹੁੰਦੇ ਆ ਤੇ ਜਿਹਨਾਂ ਨੇ ਕਾਰਡ ਛਾਪੇ ਆ ਉਹਨਾਂ ਦੇ ਪੈਸੇ ਮਰਦੇ ਹੁੰਦੇ ਆ। ਇਹ ਕਾਰਡ ਛਾਪਣ ਵਾਲੇ ਦੱਸਦੇ ਆ। ਰਾਜਨੀਤਿਕ ਲੋਕ ਭਾਵੇਂ ਕਰੋੜਾਂ ਰੁਪਏ ਚੋਣਾਂ ਤੇ ਲਾ ਦੇਣ, ਪਰ ਕਈ ਵਾਰ ਇਹਨਾਂ ਗਰੀਬੜਿਆਂ ਦੇ ਪੈਸੇ ਮਾਰ ਜਾਂਦੇ ਆ। ਬਿਲਕੁਲ ਸਹੀ ਹੈ। ਫਿਲਮਾਂ ਵਾਲੇ ਭਾਵੇਂ 10-10 20-20 25-25 ਕਰੋੜ ਰੁਪਇਆ ਲਾ ਦੇਣ, ਪਰ ਜਿਹੜੇ ਅਖਬਾਰ ਦੇ ਨਾਲ ਇਸ਼ਤਿਹਾਰ ਦੀ ਸਾਂਝ ਪਾਈ ਹੁੰਦੀ ਆ ਉਹਦੇ ਪੈਸੇ ਅਕਸਰ ਹੀ ਮਾਰ ਜਾਂਦੇ ਆ। ਜਾਂ ਫਿਰ ਜਿਹੜਾ ਘਰ ਕਿਰਾਏ ਤੇ ਲਿਆ ਉਹਨਾਂ ਨੂੰ ਹੀ ਪੈਸੇ ਨਹੀਂ ਦੇਖੇ ਜਾਂਦੇ। ਹਾਂ ਜੀ, ਬਹੁਤ ਵਾਰ ਇਹੋ ਜਿਹੀਆਂ ਖਬਰਾਂ ਆਉਂਦੀਆਂ। ਸੋ ਪਹਿਲਾ ਵਿਚਾਰ ਤਾਂ ਮਨ 'ਚ ਇਹੀ ਆਉਂਦਾ ਭਾਈ ਇਹਨਾਂ ਨੂੰ ਪੈਸੇ ਮਿਲ ਜਾਣ, ਕਿਉਂਕਿ ਇਹਨਾਂ ਵਿਚਾਰਿਆਂ ਨੇ ਤਾਂ ਹੋ ਸਕਦਾ ਹੈ ਕੋਈ ਕਿਸੇ ਦਾ ਪ੍ਰਚਾਰ ਕਰ ਰਿਹਾ ਹੈ ਤੇ ਉਹਨੂੰ ਵੋਟ ਵੀ ਨਾ ਪਾਉਣੀ ਹੋਵੇ, ਪਰ ਰੋਟੀ ਖਾਤਰ ਅਗਲਾ ਪ੍ਰਚਾਰ ਕਰ ਰਿਹਾ ਹੈ ਨਾ। ਸੋ ਇਹ ਰੋਟੀ ਚੱਲਣੀ ਬਹੁਤ ਜ਼ਰੂਰੀ ਹੈ, ਇਹਨਾਂ ਨੂੰ ਇਹਨਾਂ ਦੇ ਪੈਸੇ ਜ਼ਰੂਰ ਮਿਲ ਜਾਣ, ਬਾਕੀ ਗੱਲਾਂ ਬਾਅਦ ਦੀਆਂ ਨੇ। ਬਿਲਕੁਲ ਸਹੀ ਗੱਲ, ਮੈਂ ਸਹਿਮਤ ਹਾਂ, ਪਰ ਫਿਰ ਬੇਨਤੀ ਇਹੀ ਆ ਵੀ ਐਤਕੀ ਜਿਹੜੇ ਮਿਹਨਤਕਸ਼ ਲੋਕ ਆ ਜੀ, ਮਜ਼ਦੂਰ ਆ ਜਿਹੜੇ, ਉਹ ਅਸਲ ਦੇ ਵਿੱਚ ਦੇਸ਼ ਦੀ ਤਕਦੀਰ ਬਦਲਣ ਵਾਲੇ ਹੁੰਦੇ ਆ। ਬਿਲਕੁਲ ਸਹੀ ਹੈ। ਇਹ ਅਮੀਰਾਂ ਨੇ ਕਦੇ ਨਹੀਂ ਕੁਝ ਬਦਲਣਾ, ਇਹ ਤਾਂ ਗਰੀਬਾਂ ਨੇ, ਮਿਹਨਤਕਸ਼ਾਂ ਨੇ। ਇਹ ਜਿਹੜੇ ਲੋਕ ਕਰਦੇ ਹੈਗੇ ਝਾੜੂ ਪੋਚੇ ਦਾ ਕੰਮ, ਇਹ ਜਿਹੜੇ ਲੋਕ ਕੰਮ ਕਰਦੇ ਪੈੜ ਦੇ ਉੱਤੇ ਖੜ ਕੇ, ਇਹ ਜਿਹੜੇ ਲੋਕ ਕੰਮ ਕਰਦੇ ਮੁੜਕੋ ਮੁੜਕੀ ਹੋ ਕੇ, ਉਹਨਾਂ ਨੇ ਹੀ ਤਕਦੀਰ ਬਦਲਣੀ ਹੁੰਦੀ ਆ। ਕਹਿ ਤਾਂ ਦਿੰਦੇ ਫਲਾਣੇ ਨੇ ਮਹਿਲ ਪਾਇਆ, ਪਰ ਪਾਇਆ ਕਿਹਨੇ ਕਦੇ ਵੀ ਦੇਖ ਲਓ, ਉਹਦੇ ਇਕੱਲੇ ਰੁਪਈਏ ਹੀ ਸੀ, ਉਹਦਾ ਜਜ਼ਬਾ ਨਹੀਂ ਸੀ, ਉਹਦਾ ਮੁੜਕਾ ਨਹੀਂ ਲੱਗਾ ਉਹਦੇ ਵਿੱਚ, ਉਹਦਾ ਖੂਨ ਪਸੀਨਾ ਨਹੀਂ ਲੱਗਾ ਉਹਦੇ ਵਿੱਚ, ਉਹਨੇ ਕਿਤੋਂ ਇਕੱਠੇ ਕੀਤੇ ਸੀ ਦਰਥੱਪ ਤੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਚੌਥੇ ਕਿਹੜੇ ਨੂੰ ਕੋਈ ਨਾ ਕੋਈ ਨੇਤਾ ਇਹ ਗੱਲ ਕਹਿ ਦਿੰਦਾ ਕਿ ਅਸੀਂ ਧੀਆਂ ਧਿਆਣੀਆਂ ਬੱਚੀਆਂ ਦੀ ਸੁਰੱਖਿਆ ਦੇ ਲਈ ਵਚਨਬੱਧ ਹਾਂ। ਜਲੰਧਰ ਦੇ ਵਿੱਚ ਜੋ ਕੁਝ ਵਾਪਰਿਆ ਕਿਸ਼ਨਗੜ੍ਹ ਦੇ ਵੱਲ, ਲੱਖ ਲਾਹਨਤ ਤਾਂ ਉਸ ਬੰਦੇ ਨੂੰ ਜੋ ਕੁਝ ਉਹਨੇ ਕੀਤਾ, ਕਿਉਂਕਿ ਇੱਕ ਵਾਰ ਫਿਰ ਜਿਵੇਂ ਨਿਰਭਇਆ ਕਾਂਡ ਵਾਪਰਿਆ ਸੀ ਉਹੋ ਜੀ ਕਰਤੂਤ ਕੀਤੀ ਗਈ ਹੈ ਜਲੰਧਰ ਦੇ ਵਿੱਚ। 9 ਸਾਲ ਦੀ ਇੱਕ ਬੱਚੀ ਆ, ਮੈਂ ਸ਼ਬਦਾਂ ਨੂੰ ਥੋੜ੍ਹਾ ਜਿਹਾ ਰੋਕ ਕੇ ਬੋਚ ਕੇ ਮੂੰਹ ਦੇ ਵਿੱਚੋਂ ਕੱਢਦਾ, ਇਹ ਸ਼ਬਦ ਉਵੇਂ ਕੱਢੇ ਨਹੀਂ ਜਾ ਸਕਦੇ। 9 ਸਾਲ ਦੀ ਇੱਕ ਬੱਚੀ ਆ, 35-36 ਸਾਲ ਦਾ ਇੱਕ ਬੰਦਾ, ਉਹ ਉਸ ਬੱਚੀ ਨੂੰ ਇਹ ਗੱਲ ਕਹਿਣਾ ਕਿ ਆਜਾ ਪੁੱਤ ਨੂੰ ਪਪੀਤਾ ਦਵਾ ਕੇ ਲਿਆਉਣਾ, ਤੈਨੂੰ ਮੈਂ ਚੀਜੀ ਦਵਾ ਕੇ ਲਿਆਉਣਾ। ਬਾਅਦ ਦੇ ਵਿੱਚ ਖੂਹ ਦੇ ਉੱਤੇ ਲਿਜਾ ਕੇ ਉਸ ਬੱਚੀ ਨਾਲ, ਉਸ ਬਾਲੜੀ ਦੇ ਨਾਲ ਕੋਈ ਕਰਮ ਕੀਤਾ ਜਾਂਦਾ। ਉਸ ਬੱਚੀ ਦੇ 52 ਟਾਂਕੇ ਲੱਗੇ, 52 ਟਾਂਕੇ। ਉਸ ਬੱਚੀ ਦੀ 3.5-4 ਘੰਟੇ ਸਰਜਰੀ ਚੱਲਦੀ ਰਹੀ, ਆਪਰੇਸ਼ਨ ਹੁੰਦਾ ਰਿਹਾ, ਖੂਨ ਦੇ ਨਾਲ ਲੱਥਪੱਥ ਉਹਦਾ ਸਰੀਰ ਸੀ। ਇਹ ਖਬਰ ਇੱਥੇ ਬੈਠ ਕੇ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਇਹਨਾਂ ਚੋਣਾਂ ਦੇ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਗੱਲ ਕਹਿਣਗੀਆਂ ਔਰਤਾਂ ਦੀ ਸੁਰੱਖਿਆ ਲਈ ਅਸੀਂ ਆਹ ਕੀਤਾ, ਬੱਚੀਆਂ ਦੀ ਸੁਰੱਖਿਆ ਲਈ ਅਸੀਂ ਆਹ ਕਰਦੇ ਹਾਂ, ਸਮਾਜ ਵਿਰੋਧੀ ਅਨਸਰ ਅਸੀਂ ਟੰਗ ਦਿਆਂਗੇ। ਆਹ ਚੋਣਾਂ ਤੋਂ 3 ਦਿਨ ਪਹਿਲਾਂ ਆਹ ਕੁਝ ਹੋਇਆ
ਤੇ ਲੱਖ ਦੀ ਲਾਹਨਤ ਆ। मैं उस डॉक्टरनी ਦਾ ਬਿਆਨ ਪੜ੍ਹ ਰਹੀ ਸੀ ਟਾਣਾ ਸਾਹਿਬ ਜੀ, ਜਿਨ੍ਹਾਂ ਨੇ ਇਲਾਜ ਕੀਤਾ ਇਸ ਬੱਚੀ ਦਾ, ਔਰ ਉਹਨਾਂ ਦਾ ਕਹਿਣਾ ਸੀ ਕਿ ਮੇਰੇ 25-26 ਸਾਲ ਦੇ ਕੈਰੀਅਰ ਦੇ ਵਿੱਚ ਕਦੇ ਮੈਂ ਇਹੋ ਜਿਹਾ ਕੋਈ ਕੇਸ ਨਹੀਂ ਵੇਖਿਆ। ਤੇ ਉਸ ਡਾਕਟਰਨੀ ਨੇ ਇਹ ਵੀ ਗੱਲ ਕਹੀ ਆ, ਧੰਨਵਾਦ ਉਸ ਡਾਕਟਰ ਸਾਹਿਬਾਨ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ, ਇਸ ਬੱਚੀ ਦੀ ਜ਼ਿੰਦਗੀ ਬਚਾ ਲਈ। ਉਹ ਕਹਿੰਦੇ ਖੂਨ ਇਸ ਕਦਰ ਵਗ ਰਿਹਾ ਸੀ ਵੀ ਜੇਕਰ ਅਸੀਂ ਇਹਨੂੰ ਇਸ ਹਸਪਤਾਲ ਦੇ ਵਿੱਚੋਂ ਕਿਸੇ ਹੋਰ ਹਸਪਤਾਲ ਦੇ ਵਿੱਚ ਬਦਲਦੇ ਰੈਫਰ ਕਰਦੇ ਤਾਂ ਇਸ ਬੱਚੀ ਦੀ ਜ਼ਿੰਦਗੀ ਨਹੀਂ ਸੀ ਬਚਣੀ ਇੰਨੇ ਸਮੇਂ ਦੇ ਵਿੱਚ। ਉਹ ਕਹਿੰਦੇ ਸੀ ਜਲਦੀ ਜਲਦੀ ਇੱਕ ਟੀਮ ਬਣਾਈ, ਜਿੰਨੇ ਕਿ ਸਾਡੇ ਕੋਲੇ ਵਸੀਲੇ ਸੀ, ਜੋ ਕੁਝ ਅਸੀਂ ਕਰ ਸਕੇ ਉਹ ਕੀਤਾ ਤੇ ਬੱਚੀ ਦੀ ਜ਼ਿੰਦਗੀ ਬਚ ਗਈ, ਪਰ ਖਤਰੇ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਹੈਗੀ। ਬਿਲਕੁਲ ਸਹੀ ਹੈ। ਬਹੁਤ ਅੰਤੜੀਆਂ ਵੀ ਬੱਚੀ ਦੀਆਂ ਬਾਹਰ ਆ ਗਈਆਂ ਜੀ, ਮੈਂ ਪੜਿਆ ਸਾਰਾ ਕੁਝ। ਗੱਲ ਇਹ ਹੈ ਟਾਣਾ ਸਾਹਿਬ, ਮਨ ਦੇ ਵਿੱਚ ਬਹੁਤ ਕੁਝ ਚੱਲਦਾ ਹੈ, ਬਹੁਤ ਗੁੱਸਾ ਆਉਂਦਾ ਹੈ, ਬਹੁਤ ਸਾਰੇ ਗਿਲੇ ਸ਼ਿਕਵੇ ਨੇ, ਪਰ ਮੁੱਕਦੀ ਗੱਲ ਉੱਥੇ ਹੀ ਹੈ ਕਿ ਅੱਜ ਤੱਕ ਪੂਰੇ ਮੁਲਕ ਦੀ ਮੈਂ ਗੱਲ ਕਰਨ ਲੱਗੀ ਹਾਂ ਕਿ ਅੱਜ ਤੱਕ ਕਦੀ ਇੱਦਾਂ ਹੋਇਆ ਕਿ ਕੋਈ ਵੀ ਇਹੋ ਜਿਹਾ, ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਨਿਰਭਇਆ ਕਾਂਡ ਦੀ ਤੁਸੀਂ ਗੱਲ ਕੀਤੀ, ਹੋਰ ਬਹੁਤ ਸਾਰੇ ਮਾਮਲੇ ਸਾਡੇ ਸਾਹਮਣੇ ਆ ਚੁੱਕੇ ਨੇ ਕਿ ਕਦੇ ਵੀ ਅਸੀਂ ਵੇਖਿਆ ਕਿ ਦੋਸ਼ੀਆਂ ਨੂੰ ਸਮਾਂ ਰਹਿੰਦਿਆਂ ਕੋਈ ਮਿਸਾਲੀ ਸਜ਼ਾ ਦਿੱਤੀ ਗਈ ਹੋਵੇ। ਜਦ ਸਮਾਂ ਰਹਿੰਦਿਆਂ ਅਸੀਂ ਕੋਈ ਇਹੋ ਜਿਹੇ ਮਾਮਲੇ ਦੇ ਵਿੱਚ ਮਿਸਾਲੀ ਸਜ਼ਾ ਹੀ ਨਹੀਂ ਦੇਵਾਂਗੇ ਤੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿਣਗੀਆਂ। ਦੂਜੀ ਗੱਲ, ਔਰਤਾਂ ਨੂੰ ਇੱਥੇ ਬੇਨਤੀ ਕਰਨੀ ਬਣਦੀ ਹੈ ਕਿ ਅਸੀਂ ਕਦੀ ਜਦੋਂ ਕੋਈ ਵੋਟਾਂ ਮੰਗਣ ਆਉਂਦਾ ਸਾਡੇ ਕੋਲ, ਅਸੀਂ ਇਹ ਮੁੱਦਾ ਉਹਨਾਂ ਕੋਲ ਚੁੱਕਦੇ ਹਾਂ ਵੀ ਭਾਈ ਸਾਡੀ ਸੁਰੱਖਿਆ ਲਈ ਤੁਸੀਂ ਕੀ ਕਰ ਰਹੇ ਹੋ, ਸਾਡੀਆਂ ਬੱਚੀਆਂ ਦੀ ਸੁਰੱਖਿਆ ਦੇ ਲਈ ਤੁਸੀਂ ਕੀ ਕਰ ਰਹੇ ਹੋ। ਜੇਕਰ ਜਲੰਧਰ ਵਰਗੇ ਸ਼ਹਿਰ ਦੇ ਵਿੱਚ ਮਤਲਬ ਜਿਹੜੀਆਂ ਚੀਜ਼ਾਂ ਅਸੀਂ ਅੱਜ ਤੱਕ ਸਿਰਫ ਸੁਣਦੇ ਹੁੰਦੇ ਸੀ, ਫਲਾਣੀ ਥਾਂ ਇੱਦਾਂ ਹੋ ਗਿਆ, ਢਿੰਗੜੀ ਥਾਂ ਇੱਦਾਂ ਹੋ ਗਿਆ, ਤੁਸੀਂ ਆਪ ਹਿਸਾਬ ਲਾ ਕੇ ਵੇਖੋ ਪਿਛਲੇ 10 ਸਾਲਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ 'ਚ ਕਿੰਨਾ ਜ਼ਿਆਦਾ ਇਜ਼ਾਫਾ ਹੋਇਆ ਹੈ। ਕਿਤੇ ਵੀ ਇਹ ਘਟਨਾਵਾਂ ਘਟੀਆਂ ਨਹੀਂ ਹੈਗੀਆਂ। ਸਿਰਫ ਕੀ ਸਾਡੇ ਹਿੱਸੇ ਇਕੱਲੇ ਕੈਂਡਲ ਮਾਰਚ ਰਹਿ ਗਏ ਕਿ ਅਸੀਂ ਸਿਰਫ ਸੜਕਾਂ ਤੇ ਬੈਠ ਕੇ ਤੇ ਕੱਲੇ ਰੋਸ ਮੁਜ਼ਾਹਰੇ ਕਰ ਕਰਕੇ ਕਿੰਨੀ ਕੁ ਦੇਰ ਆਪਣੀ ਜ਼ਿੰਦਗੀ ਕੱਢਦੇ ਰਵਾਂਗੇ ਕਿ ਇਹਨਾਂ ਸਿਆਸਤਦਾਨਾਂ ਦੇ ਲਈ ਅਸੀਂ ਸਿਰਫ ਤੇ ਸਿਰਫ ਖਿਡੌਣੇ ਬਣ ਕੇ ਰਹਿ ਗਏ ਹਾਂ। ਸੋ ਜਦ ਤੱਕ ਕੋਈ ਵੀ ਮਿਸਾਲੀ ਸਜ਼ਾ ਨਹੀਂ ਦਿੱਤੀ ਜਾਊਗੀ ਤਦ ਤੱਕ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਬੰਦ ਨਹੀਂ ਹੋਣਗੀਆਂ। ਆਪ ਸੋਚ ਕੇ ਭਾਈ ਆਪਣੇ ਘਰ ਨੂੰ ਆਪ ਬਚਾਉਣਾ, ਕਿਸੇ ਦੇ ਉੱਤੇ ਕੋਈ ਭਰੋਸਾ ਕਰਨ ਦੀ ਲੋੜ ਨਹੀਂ, ਤੇ ਜਿਨ੍ਹਾਂ ਨੂੰ ਚੁਣਦੇ ਆ ਉਹਨਾਂ ਨੇ ਸਿਰਫ ਤੇ ਸਿਰਫ ਸਾਨੂੰ ਵਰਤਿਆ। ਇਸ ਗੱਲ ਨੂੰ ਸਮਝ ਕੇ ਮੈਂ ਇਸੇ ਕਰਕੇ ਵਾਰ-ਵਾਰ ਬੇਨਤੀ ਕਰਦਾ ਹੁੰਦਾ ਵੀ ਸਾਡੇ ਕੋਲੇ ਹਾਲੇ ਵੀ 3-4 ਦਿਨ ਹੈਗੇ ਆ, ਸੋਚੀਏ, ਸਮਝੀਏ, ਵਿਚਾਰੀਏ ਕੌਣ ਸਾਡੇ ਹੱਕਾਂ ਹਿੱਤਾਂ ਲਈ ਕੁਝ ਕਰਦਾ, ਕੌਣ ਸਾਡੇ ਬੱਚਿਆਂ ਦੇ ਲਈ ਕੁਝ ਕਰਦਾ, ਕੌਣ ਸਮਾਜ ਦੇ ਹਰ ਵਰਗ ਦੇ ਲਈ ਕੁਝ ਨਾ ਕੁਝ ਦੇਣ ਦੀ ਗੱਲ ਕਰਦਾ। ਪ੍ਰੈਕਟੀਕਲ ਤੌਰ ਤੇ ਦੇਖੋ ਵਾਅਦੇ ਬਹੁਤ ਹੁੰਦੇ ਆ, ਬਹੁਤ ਸਾਰੇ ਵਾਅਦੇ ਹੋ ਰਹੇ, ਅਸੀਂ ਆਹ ਵੀ ਕਰ ਦਿਆਂਗੇ, ਉਹ ਵੀ ਕਰ ਦਿਆਂਗੇ, ਐਂ ਕਰ ਦਿਆਂਗੇ, ਐਂ ਕਰ ਦਿਆਂਗੇ, ਪਰ ਕਿੰਨੇ ਸਮੇਂ 'ਚ ਕੀਤਾ ਹੋਇਆ ਵਾਅਦਾ ਪੂਰਾ ਕਰ ਦਿਆਂਗੇ ਕਿਸੇ ਨੇ ਨਹੀਂ ਲਿਖਿਆ। ਬਿਲਕੁਲ ਕਿਸੇ ਨੇ ਲਿਖਿਆ ਵੀ ਜੇਕਰ ਅਸੀਂ ਆਹ ਚੀਜ਼ ਤੁਹਾਡੇ ਲਈ ਕਰਨੀ ਆ ਤਾਂ ਇਹ ਪਹਿਲੇ 6 ਮਹੀਨੇ 'ਚ ਕਰ ਦਿਆਂਗੇ, ਸਾਲ 'ਚ ਕਰ ਦਿਆਂਗੇ, ਇਸ ਮਹੀਨੇ ਤੱਕ ਕਰ ਦਿਆਂਗੇ, ਇਸ ਸਾਲ ਤੱਕ ਕਰ ਦਿਆਂਗੇ। ਕੋਈ ਕੁਛ ਨਹੀਂ ਲਿਖਦਾ, ਸਭ ਡਰਾਮੇਬਾਜ਼ੀ ਆ। ਸੋਚੋ, ਸਮਝੋ ਤੇ ਵਿਚਾਰੋ। ਬਿਲਕੁਲ ਸਹੀ। ਜਾਗੋ ਪੰਜਾਬੀਓ, ਸੋਚੋ। ਜੇ ਤੁਸੀਂ ਆਪਣੀ ਸੋਚ ਬਦਲੋਗੇ ਤਾਂ ਜਹਾਨ ਬਦਲੇਗਾ। ਇਸ ਲਈ ਆਪਣੀ ਸੋਚ ਨੂੰ ਬਦਲਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਾਕੀ ਇਹਨਾਂ ਗੱਲਾਂ ਦੇ ਨਾਲ ਹੀ ਹੁਣ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ। ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤੇ ਬਚਾਇਓ। ਦੋਵਾਂ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।